जी वाहिगुरु जी का खालसा वाहिगुरु जी की फतेह। दास एक आम जिहा किरती सिख हैगा, ਤਾਂ ਕੋਈ ਏਡੀ ਵਿਦਵਤਾ ਨਹੀਂ ਹੈਗੀ, ਪਰ ਗੁਰਸਿੱਖਾਂ ਕੋਲੋਂ ਜੋ ਕੁਛ ਸਿੱਖਿਆ ਹੈਗਾ ਉਹੋ ਹੀ ਆਪਾਂ ਗਾਂਹ ਪਾਸ ਕਰਦੇ ਹਾਂ ਕਿ ਜਿਹੜੀ ਪੀੜ੍ਹੀ ਦਰ ਪੀੜ੍ਹੀ ਸਿੱਖਿਆ ਕੋਈ ਚੱਲਦੀ ਰਹੇ। ਗੁਰਸਿੱਖਾਂ ਤੋਂ ਵਿਚਾਰ ਕਈ ਕੁਛ ਮਿਲਦਾ ਆਪਾਂ ਨੂੰ, ਅਤੇ ਸਾਡਾ ਉਹ ਫਰਜ਼ ਬਣਦਾ ਕਿ ਉਹ ਸਪਰੈਡ ਕਰੀਏ, ਉਹਨੂੰ ਆਪਣੇ ਕੋਲ ਹੀ ਨਾ ਬੰਨ੍ਹ ਕੇ ਰੱਖੀਏ। ਜੋ ਕੋਈ ਚੰਗੀ ਚੀਜ਼ ਮਿਲਦੀ ਹੈ ਆਪਾਂ ਸਾਰਿਆਂ ਨੂੰ ਇੱਕ ਗੁਰਸਿੱਖੀ 'ਚ ਹੈ ਕਿ ਜਿਹੜੀ ਵਿੱਦਿਆ ਜਾਂ ਗੁਰੂ ਸਾਹਿਬ ਦੀ ਸਿੱਖਿਆ ਜਾਂ ਇਹਨੂੰ ਆਪਾਂ ਜਿੰਨਾ ਵੰਡਦੇ ਹਾਂ ਇੰਨੀ ਵੱਧਦੀ ਆ। ਜੇ ਤੁਸੀਂ ਇਹਨੂੰ ਗੁਰੂ ਦੀ ਸਿੱਖਿਆ ਨੂੰ ਲੈ ਕੇ ਗਾਂਹ ਨਹੀਂ ਕਿਸੇ ਨੂੰ ਦੱਸਦੇ ਤਾਂ ਉਹ ਕਹਿੰਦੇ ਜਿੱਦਾਂ ਪਾਣੀ ਖੜ੍ਹ ਜਾਂਦਾ ਫਿਰ ਉਹਦੇ ਵਿੱਚ ਉਜਾਲਾ ਆ ਜਾਂਦਾ, ਪੀਣ ਦੇ ਯੋਗ ਨਹੀਂ ਰਹਿੰਦਾ। ਇਹ ਚੱਲਦਾ ਹੀ ਰਹਿਣਾ ਚਾਹੀਦਾ ਫਲੋ। ਸਾਰੇ ਆਪਾਂ ਜਿੰਨੇ ਗੁਰੂ ਦੇ ਸਿੱਖ ਹਾਂ ਆਪਾਂ ਸਾਰੇ ਹੀ ਪ੍ਰਚਾਰਕ ਹਾਂ, ਠੀਕ ਹੈ। ਆਪਾਂ ਇਹ ਨਹੀਂ ਹੁੰਦੇ ਕਿ ਕੋਈ ਪੇਡ ਪ੍ਰਚਾਰਕ ਹੁੰਦੇ ਆ ਜਾਂ ਜਿਹੜੇ ਗੁਰਦੁਆਰੇ 'ਚ ਆ ਕੇ ਪ੍ਰਚਾਰ ਕਰਦੇ ਆ ਕੀਰਤਨੀ ਢਾਡੀ ਉਹੀ ਪ੍ਰਚਾਰਕ ਆ, ਨਹੀਂ, ਆਪਾਂ ਸਾਰੇ ਪ੍ਰਚਾਰਕ ਆ। ਪ੍ਰਚਾਰ ਆਪਾਂ ਕਈ ਚੀਜ਼ਾਂ ਤਾਂ ਆਪਾਂ ਸਿੱਧੇ ਰੂਪ ਵਿੱਚ ਹੀ ਪ੍ਰਚਾਰ ਕਰ ਰਹੇ ਹਾਂ ਕਿ ਜਿੱਦਾਂ ਕੇਸਕੀਆਂ ਬੰਨੀਆਂ, ਦਸਤਾਰਾਂ ਬੰਨੀਆਂ, ਸਾਡੇ ਕੇਸ ਰੱਖੇ ਆ, ਤਾਂ ਜਿਹੜੇ ਕੋਈ ਹੋਰ ਦੇਖਦੇ ਆ ਉਹ ਸੋਚਦੇ ਆ ਕਿ ਇਹ ਕੌਣ ਆ। ਪ੍ਰਚਾਰ ਹੋ ਗਿਆ, ਪੁਆਇੰਟ ਕਰਦੇ ਆ ਉਹ ਕਿ ਪੁੱਛਣਗੇ ਕਿਸੇ ਤੋਂ ਇਹ ਕੌਣ ਆ। ਇੱਕ ਆਸਟ੍ਰੇਲੀਆ ਦੀ ਗੱਲ ਹੈ ਕਿ ਇੱਕ ਮਦਰ ਆਪਣੇ ਗੋਰੇ ਬੱਚੇ ਨੂੰ ਲੈ ਕੇ ਰੋਜ਼ ਗੁਰਦੁਆਰੇ ਦੇ ਕੋਲ ਦੀ ਲੰਘਿਆ ਕਰੇ, ਤਾਂ ਉਹ ਬੱਚਾ ਰੋਜ਼ ਪੁੱਛਿਆ ਕਰੇ ਕਿ ਇਹ ਕੀ ਆ, ਕਿਹੜਾ ਟੈਂਪਲ ਆ, ਕੀ ਆ, ਇਹ ਲੋਕ ਕੌਣ ਆ, ਪੱਗਾਂ ਬੰਨੀਆਂ ਇੱਦਾਂ ਨਾ। ਉਹਦੀ ਮਾਂ ਨੂੰ ਵੀ ਕੁਛ ਨਹੀਂ ਪਤਾ, ਹਾਂਜੀ। ਤਾਂ ਉਹਨੇ ਫਿਰ ਸਰਚ ਕਰਕੇ ਆਪਣੇ ਬੱਚਾ ਜਦ ਰੋਜ਼ ਰੋਜ਼ ਪੁੱਛਦਾ ਉਹਨੂੰ ਦੱਸਣਾ ਹੀ ਪੈਣਾ ਸੀਗਾ। ਤਾਂ ਉਹਨੇ ਉਹਨੂੰ ਦੱਸਿਆ ਕਿ ਇਹ ਸਿੱਖ ਆ, ਇਹਨਾਂ ਦਾ ਆਹ ਕਲਚਰ ਆ। ਅਤੇ ਇੰਟਰਨੈਟ ਤੋਂ ਉਹ ਬੱਚਾ ਵੀ ਪੜ੍ਹਨ ਲੱਗ ਪਿਆ। 13-14 ਸਾਲ ਦਾ ਬੱਚਾ ਸੀਗਾ। ਉਹ ਪੜ੍ਹ ਕੇ ਇੰਨਾ ਇੰਪਰੈਸ ਹੋ ਗਿਆ ਕਿ ਉਹ ਕਹਿੰਦਾ ਮੈਂ ਤਾਂ ਸਿੱਖ ਬਣਨਾ, ਠੀਕ ਹੈ। ਤਾਂ ਕਿਸੇ ਨੇ ਕੋਈ ਪ੍ਰਚਾਰ ਥੋੜ੍ਹੀ ਕੀਤਾ, ਉਹਨੇ ਕੋਈ ਸਿੱਖ ਦੇਖ ਲਿਆ ਜਾਂ ਗੁਰਦੁਆਰਾ ਸਾਹਿਬ ਅਤੇ ਨਿਸ਼ਾਨ ਸਾਹਿਬ ਦੇਖ ਲਿਆ, ਠੀਕ ਹੈ। ਇਹ ਚੀਜ਼ਾਂ ਚੱਲਦੀਆਂ ਜਿਨ੍ਹਾਂ ਨੂੰ ਮਿਲਣਾ ਆ। ਗੁਰੂ ਸਾਹਿਬ ਨੇ ਖੇਡ ਸਾਰੀ ਗੁਰੂ ਸਾਹਿਬ ਦੀ ਆ। ਉਹਨਾਂ ਨੇ ਕਿਸੇ ਨੂੰ ਕੀ ਕਿੱਦਾਂ ਦੇਣਾ, ਕਿੱਦਾਂ ਲਿਆਉਣਾ, ਕੀ ਵਿੱਧ ਬਣਾਉਣੀ ਆ, ਉਹ ਸਭ ਵਿੱਧਾਂ ਹੀ ਆ, ਹੈ ਨਾ। ਅਤੇ ਚਲੋ ਦਾਸ ਨੂੰ ਹੈਗਾ ਆ ਹੁਕਮ ਮੂਲ ਮੰਤਰ ਬਾਰੇ। ਮੂਲ ਮੰਤਰ ਜਿਹੜਾ ਆਪਣੇ ਜਿੰਨੇ ਵੀ ਸਿੱਖ ਵਿਦਵਾਨ ਹੈਗੇ ਨਾ, ਇਹ ਸਾਰਿਆਂ ਦੀ ਇੱਕ ਮੱਤ ਆ ਕਿ ਜਿਹੜੀ ਜਪਜੀ ਸਾਹਿਬ ਬਾਣੀ ਆ ਇਹ ਇੱਕ ਸ਼ਾਹਾਕਾਰ ਬਾਣੀ ਆ, ਜਿਹੜਾ ਇੱਕ ਪੂਰਨ ਬਾਣੀ ਆ। ਇਹਦੇ ਜਿਹੜਾ ਬਾਕੀ ਗੁਰੂ ਗ੍ਰੰਥ ਸਾਹਿਬ ਹੈ ਉਹ ਇਸੇ ਨੂੰ ਹੀ ਵਿਸਥਾਰ ਕੀਤਾ ਗਿਆ, ਕਿਉਂਕਿ ਇਹ ਬਹੁਤ ਮਹਿੰਗੀ ਬਾਣੀ ਆ, ਬਹੁਤ ਸਟਰੋਂਗ, ਬਹੁਤ ਵੱਡੇ ਵਰਡ, ਬੜਾ ਕੁਛ ਮਹਾਰਾਜ ਨੇ ਇਹਦੇ ਵਿੱਚ ਸੰਜੋਇਆ ਹੋਇਆ। ਇੱਥੇ ਤੱਕ ਕਿ ਜਦੋਂ ਗੁਰੂ ਸਾਹਿਬ ਜੀ ਬਗਦਾਦ ਵਿੱਚ ਗਏ ਆ ਅਤੇ ਉੱਥੇ ਉਹ 2 ਸਾਲ ਰਹੇ ਆ। 2 ਸਾਲ ਦੇ ਵਿੱਚ ਤਕਰੀਬਨ ਅੱਧਾ ਸ਼ਹਿਰ ਉਹ ਗੁਰੂ ਕਾ ਸਿੱਖ ਬਣ ਗਿਆ। ਅਤੇ ਜਦੋਂ ਮਹਾਰਾਜ ਆਉਣ ਲੱਗੇ ਉੱਥੋਂ ਅਤੇ ਉਹ ਸੰਗਤਾਂ ਬੇਵੱਲ ਹੋਣ ਕਿ ਅਸੀਂ ਕੀ ਕਰਾਂਗੇ, ਆਉਣ ਹੀ ਨਾ ਦੇਣ। 2 ਸਾਲ ਤੱਕ ਰੋਕੀ ਰੱਖਿਆ ਉਹਨਾਂ ਨੇ, ਇੰਨਾ ਪਿਆਰ ਕੀਤਾ ਬਗਦਾਦ ਦੀਆਂ ਸੰਗਤਾਂ ਨੇ। ਨਹੀਂ ਤਾਂ 2 ਸਾਲ ਕਿਤੇ ਨਹੀਂ ਰੁਕੇ ਮਹਾਰਾਜ। 2 ਸਾਲ ਰੁਕਣਾ ਬਹੁਤ ਵੱਡੀ ਗੱਲ ਹੈ ਉਹਨਾਂ ਦੀ, ਉਹਨਾਂ ਗੁਰਸਿੱਖਾਂ ਦੀ। ਮੈਂ ਕਹਿੰਦਾ ਕਿੰਨਾ ਪਿਆਰ ਹੋਊਗਾ ਜਿਨ੍ਹਾਂ ਨੇ 2 ਸਾਲ ਤੱਕ ਮਹਾਰਾਜ ਨੂੰ ਰੋਕੀ ਰੱਖਿਆ ਉੱਥੇ, ਠੀਕ ਹੈ। ਤਾਂ ਜਦੋਂ ਫਿਰ ਉਹ ਮਹਾਰਾਜ ਨੇ ਕਿਹਾ ਕਿ ਸਾਡਾ ਪ੍ਰੋਜੈਕਟ ਬਹੁਤ ਵੱਡਾ, ਅਸੀਂ ਇੱਕ ਥਾਂ ਇੰਨਾ ਨਹੀਂ ਰੁਕ ਸਕਦੇ, ਅਸੀਂ ਜਾਣਾ। ਤਾਂ ਫਿਰ ਕਹਿੰਦੇ ਮਹਾਰਾਜ ਅਸੀਂ ਦਿਦਾਰੇ ਕਿਹਦੇ ਕਰਾਂਗੇ। ਤਾਂ ਮਹਾਰਾਜ ਨੇ ਜਪਜੀ ਸਾਹਿਬ ਦੇ ਜਿਹੜੀ ਅਰਬੀ ਭਾਸ਼ਾ ਹੋਊਗੀ, ਪਾਰਸੀ ਜੋ ਵੀ, ਉਹਦੇ ਵਿੱਚ ਲਿਖਾਏ, ਸਾਰਿਆਂ ਨੂੰ ਦਿੱਤੇ ਕਿ ਤੁਸੀਂ ਸਾਡੀ ਜਗ੍ਹਾ 'ਤੇ ਇਹਨੂੰ ਜਾਣਨਾ, ਜਪਜੀ ਸਾਹਿਬ ਨੂੰ। ਭਾਵ ਕਿ ਜਪਜੀ ਸਾਹਿਬ ਗੁਰੂ ਨਾਨਕ ਸਾਹਿਬ ਜੀ ਦਾ ਰੂਪ ਨੇ, ਗੁਰੂ ਸਾਹਿਬ ਦੀ ਸਿੱਖਿਆ ਆ। ਬਾਣੀ ਸਾਰੀ ਗੁਰੂ ਦਾ ਰੂਪ ਹੈ ਨਾ। ਤਾਂ ਜਪਜੀ ਸਾਹਿਬ ਦਾ ਜਿਹੜਾ ਵਿਚਾਰ ਹੈਗੇ ਆਪਣੇ ਵਿਦਵਾਨਾਂ ਦੇ ਕਿ ਸਾਰਾ ਹੀ ਗੁਰੂ ਗ੍ਰੰਥ ਸਾਹਿਬ ਜੀ ਜਪਜੀ ਸਾਹਿਬ ਦੀ ਹੀ ਵਿਆਖਿਆ ਕਰਦਾ, ਉਹਨੂੰ ਹੀ ਵਿਸਥਾਰ ਕਰਕੇ ਸਮਝਾਉਂਦਾ, ਦੱਸਦਾ ਹੈ। ਅਤੇ ਵਿਦਵਾਨਾਂ ਦਾ ਇੱਕ ਇਹ ਵੀ ਵਿਚਾਰ ਹੈਗਾ ਕਿ ਜਿਹੜਾ ਮੂਲ ਮੰਤਰ ਹੈ ਉਹ ਜਪਜੀ ਸਾਹਿਬ ਦਾ ਵੀ ਨਿਚੋੜ ਹੈ। ਜਿਹੜਾ ਜਪਜੀ ਸਾਹਿਬ ਪਾਠ ਹੈ ਉਹ ਮੂਲ ਮੰਤਰ ਦਾ ਹੀ ਵਿਸਥਾਰ ਹੈ।
ਮੂਲ ਮੰਤਰ ਦਾ ਵਿਸਥਾਰ ਜਪਜੀ ਸਾਹਿਬ ਦਾ ਵਿਸਥਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ। ਠੀਕ ਹੈ, ਇਹਦਾ ਮਤਲਬ ਕਿ ਬਹੁਤ ਬਹੁਤ ਪਾਵਰਫੁਲ ਚੀਜ਼ ਆ ਮੂਲ ਮੰਤਰ, ਜਿਹਦੇ ਵਿਸਥਾਰ ਲਈ ਸਾਰਾ ਗੁਰੂ ਗ੍ਰੰਥ ਸਾਹਿਬ ਜੀ ਜਿਹਨੂੰ ਸਮਝਾਉਂਦਾ ਕਿ ਇਹ ਕੀ ਆ। ਠੀਕ ਹੈ, ਮੂਲ ਮੰਤਰ ਇੰਨਾ ਇਹਦੇ ਬਾਰੇ ਇੱਕ ਦੋ ਸਾਖੀਆਂ ਮੈਂ ਤੁਹਾਨੂੰ ਛੋਟੀਆਂ ਦੱਸਦਾ ਕਿ ਤੁਹਾਨੂੰ ਫਿਰ ਪਤਾ ਲੱਗ ਜਾਏਗਾ ਕਿ ਮੂਲ ਮੰਤਰ ਕਿੱਡਾ ਪਾਵਰਫੁਲ ਹੈਗਾ। ਇੱਕ 1957 ਦੇ ਨੇੜੇ ਤੇੜੇ ਕਿ ਇੱਥੋਂ ਕੋਈ ਡੈਲੀਗੇਸ਼ਨ ਗਿਆ ਪਾਕਿਸਤਾਨ ਗੁਰਸਿੱਖਾਂ ਦਾ, ਅਤੇ ਉਹਦੇ ਵਿੱਚ ਕਾਫੀ ਪ੍ਰੋਫੈਸਰ ਪੜ੍ਹੇ ਲਿਖੇ ਲੋਕ, ਤਾਂ ਉੱਥੇ ਦਰਸ਼ਨ ਕਰਨ ਗਏ। ਤਾਂ ਜਿਹੜਾ ਉੱਥੇ ਦਾ ਪ੍ਰੈਜ਼ੀਡੈਂਟ ਸੀਗਾ ਯਕੂਬ ਖਾਨ, ਅਤੇ ਉਹਨਾਂ ਨੇ ਉਹਨਾਂ ਨੂੰ ਡਿਨਰ ਲਈ ਆਪਣੇ ਘਰ ਲਈ ਸੱਦਿਆ, ਗੁਰਸਿੱਖਾਂ ਦੇ ਡੈਲੀਗੇਸ਼ਨ ਨੂੰ। ਅਤੇ ਜਦ ਗੁਰੂ ਕੇ ਸਿੱਖ ਉੱਥੇ ਗਏ ਆ ਉਹਦੇ ਘਰ, ਅਤੇ ਉਹਦੇ ਮਹਿਲ ਦੇ ਵਿੱਚ ਐਂਟਰ ਕਰਦਿਆਂ ਸਾਰ ਹੀ ਇੱਕ ਬਹੁਤ ਵੱਡਾ ਫਰੇਮ ਲੱਗਾ ਹੋਇਆ, ਉਹਦੇ ਵਿੱਚ ਮੂਲ ਮੰਤਰ ਸੋਨੇ ਨਾਲ ਲਿਖਿਆ ਹੋਇਆ ਅਤੇ ਗੁਰਮੁਖੀ ਵਿੱਚ। ਅਤੇ ਉਹ ਜਦੋਂ ਗੱਲਾਂ ਚੱਲੀਆਂ ਤਾਂ ਉਹਨੂੰ ਯਕੂਬ ਖਾਨ ਨੂੰ ਪੁੱਛਿਆ ਇਹਨਾਂ ਨੇ ਕਿ ਤੁਸੀਂ ਤਾਂ ਮੁਸਲਮਾਨ ਹੋ ਅਤੇ ਤੁਸੀਂ ਮੂਲ ਮੰਤਰ ਨੂੰ ਕਿਉਂ ਆਪਣੇ ਘਰ ਵਿੱਚ ਲਿਖ ਕੇ ਰੱਖਿਆ ਹੋਇਆ? ਅਤੇ ਉਹ ਕਹਿੰਦਾ ਇਹਦੀ ਵੀ ਕੋਈ ਸਟੋਰੀ ਆ। ਉਹ ਕਹਿੰਦੇ ਦੱਸੋ ਸਾਨੂੰ ਕੀ ਸਟੋਰੀ ਆ? ਉਹ ਕਹਿੰਦਾ ਕਿ ਜਦੋਂ ਮੈਂ ਛੋਟਾ ਹੁੰਦਾ ਸੀਗਾ, ਪ੍ਰਾਇਮਰੀ ਸਕੂਲ 'ਚ ਪੜ੍ਹਦਾ ਸੀ, ਤਾਂ ਮੈਨੂੰ ਪੜ੍ਹਾਈ ਨਹੀਂ ਆਉਂਦੀ ਸੀਗੀ ਅਤੇ ਮੈਨੂੰ ਟੀਚਰ ਕੁੱਟਦੇ ਸੀਗੇ, ਐਵਰੀ ਡੇ ਕੁੱਟ ਪੈਂਦੀ ਸੀ ਉਹਨੂੰ। ਹੁਣ ਇੱਧਰ ਤਾਂ ਨਹੀਂ ਹੈਗਾ, ਇੰਡੀਆ 'ਚ ਇਹ ਸਿਸਟਮ ਸੀਗਾ ਪੜ੍ਹਾਈ ਦਾ ਕਿ ਜਿਹਨੂੰ ਨਹੀਂ ਪੜ੍ਹਨਾ ਆਉਂਦਾ ਜਾਂ ਉਹਦੇ ਕੰਨ ਫੜਾਉਂਦੇ ਆ ਜਾਂ ਉਹਦੇ ਹੱਥਾਂ 'ਤੇ ਸੋਟੀਆਂ ਮਾਰਦੇ ਆ, ਕਈ ਤਰ੍ਹਾਂ ਦੀ ਸਜ਼ਾ ਦਿੰਦੇ ਸੀ। ਹੁਣ ਇੰਡੀਆ 'ਚ ਹੁਣ ਵੀ ਨਹੀਂ, ਹੁਣ ਤਾਂ ਉੱਥੇ ਵੀ ਨਹੀਂ ਦਿੰਦੇ। ਤਾਂ ਉਹਨੂੰ ਐਵਰੀ ਡੇ ਕੁੱਟ ਪੈਂਦੀ ਸੀਗੀ। ਤਾਂ ਉਹ ਹਾਰਿਆ ਇੱਕ ਦਿਨ, ਕੀ ਕੀਤਾ, ਉਹ ਸਕੂਲੇ ਹੀ ਨਹੀਂ ਗਿਆ। ਉੱਥੇ ਪਾਕਿਸਤਾਨ ਬਣਨ ਤੋਂ ਪਹਿਲਾਂ ਦੀ ਗੱਲ ਆ ਇਹ, ਅਤੇ ਉੱਥੇ ਗੁਰਦੁਆਰਾ ਸੀ, ਉੱਥੇ ਉਹਦੇ ਰਾਹ 'ਚ ਆਉਂਦਾ, ਉਹ ਗੁਰਦੁਆਰਾ ਸਾਹਿਬ ਜਾ ਕੇ ਲੁਕ ਗਿਆ ਵੀ ਕੁੱਟ ਖਾਣ ਨਾਲੋਂ ਮੈਂ ਇੱਥੇ ਦਿਹਾੜੀ ਪਾਸ ਕਰਕੇ ਅਤੇ ਸ਼ਾਮ ਨੂੰ ਜਦੋਂ ਛੁੱਟੀ ਹੋ ਗਈ ਮੈਂ ਘਰ ਨੂੰ ਚੱਲ ਜੂੰਗਾ ਵਾਪਸ। ਉੱਥੇ ਜਿਹੜਾ ਗ੍ਰੰਥੀ ਸੀਗਾ ਉਹਨੇ ਇਹਨੂੰ ਪਛਾਣ ਲਿਆ, ਕਹਿੰਦੇ ਉਹ ਤੂੰ ਕੀ ਕਰਦਾ ਇੱਥੇ? ਤਾਂ ਉਹਨੇ ਦੱਸਦਾ, ਕਹਿੰਦਾ ਕਿ ਜੀ ਮੈਨੂੰ ਨਾ ਕੁੱਟ ਰੋਜ਼ ਪੈਂਦੀ ਆ, ਤਾਂ ਮੈਂ ਨਹੀਂ ਸਕੂਲੇ ਜਾਣਾ ਚਾਹੁੰਦਾ, ਮੇਰੇ ਤੋਂ ਨੀ ਕੁੱਟ ਖਾ ਹੁੰਦੀ। ਉਹ ਕਹਿੰਦੇ ਕਿ ਤੈਨੂੰ ਕੁੱਟ ਕਿਉਂ ਪੈਂਦੀ ਆ? ਕਹਿੰਦੇ ਕਿ ਜੇ ਉਹ ਮੈਨੂੰ ਸਬਕ ਦਿੰਦੇ ਮੈਨੂੰ ਯਾਦ ਹੀ ਨਹੀਂ ਹੁੰਦਾ, ਤਾਂ ਮੈਨੂੰ ਭੁੱਲ ਜਾਂਦਾ, ਤਾਂ ਮੈਨੂੰ ਕੁੱਟਦੇ ਆ। ਅਤੇ ਉਹਨੂੰ ਤਰਸ ਆ ਗਿਆ ਗ੍ਰੰਥੀ ਨੂੰ। ਉਹ ਕਹਿੰਦਾ ਤੂੰ ਇੱਕ ਕੰਮ ਕਰ, ਤੂੰ ਨਾ ਮੂਲ ਮੰਤਰ ਮੈਂ ਤੈਨੂੰ ਦਿੰਦਾ, ਇਹਨੂੰ ਯਾਦ ਕਰਿਆ ਕਰ, ਇਹਨੂੰ ਪੜ੍ਹ ਗਿਆ ਕਰ, ਫਿਰ ਤੈਨੂੰ ਕੁੱਟ ਪੈਣੋਂ ਹਟ ਜਾਊਗੀ। ਅਤੇ ਉਹਨੇ, ਚਲੋ ਬੱਚਾ ਤਾਂ ਹੁੰਦਾ ਹੀ ਆ ਵੀ ਕੋਈ ਕਿਸੇ ਤਰ੍ਹਾਂ ਜਾਨ ਛੁੱਟੇ ਮੇਰੀ, ਉਹਨੇ ਉਹ ਮੂਲ ਮੰਤਰ ਲਿਖਿਆ, ਯਾਦ ਕੀਤਾ, ਪੜ੍ਹਨ ਲੱਗ ਪਿਆ ਵਾਰ-ਵਾਰ। ਅਤੇ ਅਗਲੇ ਦਿਨ ਉਹ ਕਰਦਾ ਹੀ, ਮੂਲ ਮੰਤਰ ਹੀ ਕਰਦਾ ਗਿਆ। ਇੱਕ ਤਾਂ ਛੁੱਟੀ ਕੀਤੀ ਬਿਨਾਂ ਦੱਸੇ ਤੋਂ, ਉਹਦੀ ਵੀ ਕੁੱਟ ਪੈਣੀ ਆ, ਅਤੇ ਇੱਕ ਪੜ੍ਹਾਈ ਨਹੀਂ ਆਉਂਦੀ, ਉਹ ਵੀ ਪੈਣੀ, ਡਬਲ ਹੋ ਜਾਣੀ ਅੱਜ ਤਾਂ। ਜਦੋਂ ਡਰਿਆ ਹੁੰਦਾ ਬੰਦਾ ਜਾਂ ਉਹਦੀ ਸੁਰਤ ਛੇਤੀ ਲੱਗ ਜਾਂਦੀ ਹੈ ਨਾ। ਤਾਂ ਉਹ ਮੂਲ ਮੰਤਰ ਕਰਦਾ ਗਿਆ। ਉਹ ਦੱਸਦਾ ਕਿ ਉਹ ਜ਼ਿੰਦਗੀ ਦਾ ਮੇਰਾ ਪਹਿਲਾ ਦਿਨ ਸੀ ਜਿੱਦਣ ਮੈਨੂੰ ਕੁੱਟ ਹੀ ਨਹੀਂ ਪਈ। ਹਾਂਜੀ, ਮੂਲ ਮੰਤਰ 'ਤੇ ਇੰਨਾ ਵਿਸ਼ਵਾਸ ਹੋ ਗਿਆ ਉਹਨੂੰ, ਫਿਰ ਉਹ ਹੋਰ ਜ਼ਿਆਦਾ ਕਰਨ ਲੱਗ ਪਿਆ, ਫਿਰ ਉਹਨੂੰ ਪੜ੍ਹਾਈ ਆਉਣ ਲੱਗ ਪਈ, ਯਾਦ ਹੋਣ ਲੱਗ ਪਿਆ। ਫਿਰ ਉਹ ਵੈਰੀ ਇੰਟੈਲੀਜੈਂਟ ਸਟੂਡੈਂਟ ਬਣ ਗਿਆ, ਮੋਨੀਟਰ ਬਣ ਗਿਆ ਕਲਾਸ ਦਾ। ਉਸ ਤੋਂ ਬਾਅਦ ਫਿਰ ਉਹ ਕੰਟਰੀ ਦਾ ਪ੍ਰੈਜ਼ੀਡੈਂਟ ਬਣਿਆ। ਅਤੇ ਉਹ ਕਹਿੰਦਾ ਕਿ ਇਹ ਸਾਰਾ ਮੈਂ ਮੰਨਦਾ ਹਾਂ ਕਿ ਮੂਲ ਮੰਤਰ ਤੋਂ ਹੋਇਆ ਸਾਰਾ ਕੁਛ। ਅਤੇ ਇਹ ਐਡੀਆਂ ਪਦਵੀਆਂ ਆਮ ਜਿਹੜਾ ਕਹਿੰਦੇ ਪੜ੍ਹਾਈ 'ਚ ਕਮਜ਼ੋਰ ਬੱਚਾ, ਉਹਨੂੰ ਕੰਟਰੀ ਦਾ ਪ੍ਰੈਜ਼ੀਡੈਂਟ ਬਣਾ ਦੇਣਾ, ਇਹ ਮੂਲ ਮੰਤਰ ਦੀ ਪਾਵਰ ਹੈ। ਦੂਜੀ ਸਾਖੀ ਇਹ ਹੈ ਕਿ ਇੱਕ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਅੰਮ੍ਰਿਤਸਰ ਤੋਂ ਲਖਨਊ ਵਿੱਚ ਗਏ, ਵੀ ਕੋਈ ਪੁਰਾਣੀ ਗੱਲ ਹੈ। ਅਤੇ ਉੱਥੇ ਸਿੱਖਾਂ ਦੇ ਥੋੜ੍ਹੇ ਘਰ ਸੀਗੇ ਜਿੱਥੇ ਉਹ ਗਏ, ਗੁਰਦੁਆਰਾ ਸੀਗਾ। ਅਤੇ ਉਹ ਇੱਕ ਸਿੱਖਾਂ ਦਾ ਘਰ ਅਤੇ ਇੱਕ ਨਾਲ ਹਿੰਦੂਆਂ ਦਾ ਘਰ। ਉਹ ਹਿੰਦੂਆਂ ਦੀ ਬੀਬੀ ਜਿਹੜੀ ਆ ਬਜ਼ੁਰਗ, ਧਨ ਦੇਈ ਉਹਦਾ ਨਾਮ, ਉਹ ਵਿਸ਼ਨੂੰ ਦੀ ਭਗਤੀ ਕਰਦੀ ਸੀ, ਬਹੁਤ ਜ਼ਿਆਦਾ ਭਗਤੀ ਕਰਦੀ ਸੀ। ਦਿਨ ਰਾਤ ਉਹਨੇ ਉਹ ਘਰ ਵਿੱਚ ਮੰਦਰ ਬਣਾਇਆ ਹੋਇਆ, ਅਤੇ
ਜਿੱਦਣ ਇਹ ਗੁਰਦੁਆਰੇ ਕੀਰਤਨ ਹੋਣਾ ਸੀ, ਅਨਾਉਂਸਮੈਂਟ ਹੋ ਗਈ, ਅਤੇ ਜਿਹੜੇ ਸਿੱਖਾਂ ਦੀ ਬੀਬੀ ਸੀ ਉਹ ਆਪਸ ਵਿੱਚ ਗੱਲਾਂ ਕਰਦੀਆਂ ਹੁੰਦੀਆਂ। ਉਹਨੂੰ ਕਹਿੰਦੀ ਧੰਨ ਦੇਈਏ, ਚੱਲ ਤੈਨੂੰ ਮੈਂ ਆਪਣੇ ਗੁਰੂ ਘਰ ਦੇ ਦਿਖਾਵਾਂ ਕੀਰਤਨੀਏ, ਵੀ ਸਾਡੇ ਗੁਰੂ ਘਰ 'ਚ ਕੀ ਕੁਛ ਹੁੰਦਾ ਹੈ ਨਾ। ਅਤੇ ਉਹ ਪਹਿਲਾਂ ਨਾ ਕਰਦੀ ਰਹੀ, ਫਿਰ ਕਹਿੰਦੀ ਚੱਲ ਦੇਖ ਆਉਂਦੇ ਆ ਗੁਰੂ ਘਰ ਤੁਹਾਡੇ ਗੁਰੂ ਦਾ ਕਿੱਦਾਂ ਹੁੰਦਾ ਕੀਰਤਨ, ਹੈ ਨਾ। ਉਹ ਤਾਂ ਵਿਸ਼ਨੂੰ ਦੀ ਭਗਤਣੀ ਸੀਗੀ। ਅਤੇ ਉਹ ਜਦੋਂ ਉੱਥੇ ਗਈ ਅਤੇ ਉਹਦਾ ਕੀਰਤਨ ਸੁਣ ਕੇ ਆਨੰਦ ਉਹਨੂੰ ਬਹੁਤ ਜ਼ਿਆਦਾ ਆ ਗਿਆ। ਉਹ ਕਹਿੰਦੀ ਇਹ ਤਾਂ ਇਸ ਕਲਾਮ ਵਿੱਚ ਤਾਂ ਬਹੁਤ ਜ਼ਿਆਦਾ ਇਹਦੇ ਵਿੱਚ ਪਾਵਰ ਹੈ, ਕਿਉਂਕਿ ਜਿਹੜਾ ਬੰਦਾ ਭਗਤੀ ਕਰਦਾ ਉਹਨੂੰ ਥੋੜ੍ਹਾ ਫੀਲ ਹੋ ਜਾਂਦਾ, ਜਿਹੜਾ ਦਿਨ ਰਾਤ ਚਾਹੇ ਕਿਸੇ ਦੀ ਵੀ ਮਾਲਾ ਫੇਰਦਾ ਹੋਵੇ, ਉਹਦਾ ਮਨ ਥੋੜ੍ਹਾ ਕੌਨਸਨਟਰੇਟ ਹੋ ਜਾਂਦਾ, ਚਾਹੇ ਉਹ ਰਾਮ ਹੀ ਕਰਦਾ ਰਹਿੰਦਾ ਹੋਵੇ ਨਾ। ਤਾਂ ਉਹਨੂੰ ਫੀਲਿੰਗ ਹੋ ਗਈ ਕਿ ਇੱਥੇ ਸਮਥਿੰਗ ਕੋਈ ਜ਼ਿਆਦਾ ਪਾਵਰ ਹੈ ਇੱਥੇ। ਤਾਂ ਉਹ ਉੱਥੇ ਉਹ ਭਾਈਆਂ ਨੂੰ ਕਹਿੰਦੀ ਵੀ ਮੈਨੂੰ ਤਾਂ ਤੁਸੀਂ ਸਿੱਖ ਬਣਾਓ ਆਪਣਾ, ਮੈਨੂੰ ਆਪਣਾ ਮੰਤਰ ਦਿਓ ਕੋਈ। ਨਹੀਂ, ਸੱਚ ਉਹਨੇ ਕੀ ਕੀਤਾ, ਉਹਨੂੰ ਆਪਣੇ ਘਰ ਸੱਦਿਆ। ਸੌਰੀ, ਗੱਲ ਵਿੱਚੋਂ ਰਹਿ ਗਈ ਕਿ ਉਹਨਾਂ ਨੂੰ ਕਹਿੰਦੀ ਕਿ ਤੁਸੀਂ ਮੇਰੇ ਘਰ ਆ ਕੇ ਵੀ ਕੀਰਤਨ ਕਰ ਸਕਦੇ ਆ। ਅਤੇ ਉਹ ਕਹਿੰਦੇ ਕਿ ਜਿਹੜੇ ਗੁਰਦੁਆਰੇ ਦੇ ਪ੍ਰਬੰਧਕ ਹੈ ਜੇ ਇਹ ਕਹਿਣ ਤਾਂ ਫਿਰ ਅਸੀਂ ਜਾ ਸਕਦੇ ਹਾਂ, ਉੱਦਾਂ ਨਹੀਂ ਜਾ ਸਕਦੇ। ਉਹਨੇ ਪ੍ਰਬੰਧਕਾਂ ਨੂੰ ਕਿਹਾ ਕਿ ਮੇਰੇ ਘਰ ਕੀਰਤਨ ਕਰ ਲੈਣ ਇਹ। ਉਹ ਕਹਿੰਦੇ ਵੀ ਕੱਲ੍ਹ ਤੋਂ ਬਾਅਦ ਇਹਨਾਂ ਦੀ ਛੁੱਟੀ ਆ, ਜਿੱਥੇ ਮਰਜ਼ੀ ਜਾਣ, ਅਸੀਂ ਤਾਂ ਇਹਨਾਂ ਨੂੰ ਨਹੀਂ ਰੋਕਦੇ। ਅਤੇ ਉਹ ਕਹਿੰਦੇ ਚਲੋ ਕੱਲ੍ਹ ਤੋਂ ਬਾਅਦ ਸਾਡੇ ਘਰ ਆ ਜਾਇਓ, ਠੀਕ ਹੈ। ਉਹ ਬਾਜਾ ਤਬਲਾ ਫੜ ਕੇ ਅਤੇ ਉਹਦੇ ਘਰ ਕੀਰਤਨ ਕਰਨ ਜਾਂਦੇ ਆ। ਅਤੇ ਉੱਥੇ ਘਰ ਜਾ ਕੇ ਦੇਖਦੇ ਕਿ ਵਿਸ਼ਨੂੰ ਦੀਆਂ ਮੂਰਤੀਆਂ, ਵੀ ਮੰਦਰ ਫਲਾਨਾ, ਟਿੱਕੇ ਚੜ੍ਹਾਏ, ਕਈ ਕੁਝ ਹਿੰਦੂਆਂ ਦਾ ਹਿਸਾਬ ਹੁੰਦਾ। ਉਹ ਕਹਿੰਦੇ ਕਿ ਅਸੀਂ ਕਿਹਾ ਕਿ ਇੱਥੇ ਕੀ ਅਸੀਂ ਕੀਰਤਨ ਕਰੀਏ, ਇਹ ਤਾਂ ਮਾਹੌਲ ਹੀ ਹੋ ਰਿਹਾ। ਅਤੇ ਇਹ ਉਹਨਾਂ ਨੇ ਆਪਣੇ ਮੈਗਜ਼ੀਨ 'ਚ ਲਿਖੀ, ਉਹ ਸਰਾਗੀ ਜਥੇ ਨਹੀਂ, ਕਹਿੰਦੇ ਕਿ ਇੱਦਾਂ ਇੱਦਾਂ ਸਾਡੇ ਨਾਲ ਹੋਇਆ। ਉਹ ਹੈਗੀ ਅਜੇ ਵੀ ਉਹਦੀ ਕਟਿੰਗ ਰਸਾਲੇ ਵਿੱਚ ਲਿਖੀ ਹੋਈ। ਤਾਂ ਉਹ ਕਹਿੰਦੇ ਕਿ ਚਲੋ ਆਏ ਤਾਂ ਹੈਗੇ ਹੀ ਆ, ਹੁਣ ਕੀਰਤਨ ਕਰਕੇ ਜਾਂਦੇ, ਸ਼ਬਦ ਪੜ੍ਹਿਆ ਉਹਨਾਂ ਨੇ ਉੱਥੇ ਨਾ। ਅਤੇ ਉਹ ਮੁੜ ਕੇ ਇਹਨਾਂ ਦੇ ਪੈ ਗਈ ਵੀ ਮੈਂ ਤਾਂ ਤੁਹਾਨੂੰ ਗੁਰੂ ਧਾਰਨਾ। ਉਹ ਉਹਨਾਂ ਨੂੰ ਕਹਿੰਦੀ ਰਾਗੀਆਂ ਨੂੰ ਵੀ ਤੁਸੀਂ ਮੈਨੂੰ ਕੋਈ ਮੰਤਰ ਦੇ ਕੇ ਜਾਓ। ਉਹ ਕਹਿੰਦੇ ਬੀਬੀ ਸਿੱਖ ਧਰਮ 'ਚ ਇੱਦਾਂ ਨਹੀਂ ਗੁਰੂ ਧਾਰ ਹੁੰਦਾ, ਗੁਰੂ ਸਾਡਾ ਗੁਰੂ ਆ, ਉਹਨੂੰ ਧਾਰ, ਅਸੀਂ ਥੋੜ੍ਹੀ ਗੁਰੂ ਬਣ ਸਕਦੇ ਹਾਂ। ਅਤੇ ਨਾਲੇ ਅਸੀਂ ਮੰਤਰ ਨਹੀਂ ਦੇ ਸਕਦੇ, ਜਿਹੜੇ ਮੰਤਰ ਆ ਉਹ ਪੰਜ ਪਿਆਰੇ ਦੇ ਸਕਦੇ ਆ। ਉਹ ਖਹਿੜੇ ਪੈ ਗਏ ਜੀ, ਕਹਿੰਦੇ ਮੈਨੂੰ ਕੁਛ ਦੇ ਕੇ ਜਾਓ, ਮੈਂ ਜਿੱਤੇ ਭਗਤੀ ਕਰਿਆ ਕਰਾਂ। ਉਹ ਕਹਿੰਦੇ ਕਿ ਅਸੀਂ ਖਹਿੜਾ ਛਡਾਉਣ ਦੇ ਲਈ ਉਹ ਬੀਬੀ ਨੂੰ ਕਿਹਾ ਕਿ ਚੱਲ ਮੂਲ ਮੰਤਰ ਲੈ ਕੇ ਦੇ ਦਿੰਦੇ ਇਹਨੂੰ, ਵੀ ਉਹ ਤਾਂ ਅਸੀਂ ਦੇ ਸਕਦੇ, ਗੁਰਮੰਤਰ ਤਾਂ ਨਹੀਂ ਦੇ ਸਕਦੇ ਅਸੀਂ। ਅਤੇ ਉਹਨਾਂ ਨੇ ਉਹਦੀ ਪੋਤੀ ਨੂੰ ਲਿਆ, ਕਹਿੰਦੇ ਤੂੰ ਲਿਖ ਪੈਨਸਲ 'ਤੇ, ਤਾਂ ਉਹਨੂੰ ਫਿਰ ਉਹਦੇ ਸਹੀ ਤਰ੍ਹਾਂ ਬੋਲਣਾ ਦੱਸ ਦਿੱਤਾ ਅਤੇ ਉਹ ਉੱਥੋਂ ਆ ਗਏ। ਅਤੇ 2 ਸਾਲਾਂ ਬਾਅਦ ਉਹ ਫਿਰ ਗਏ ਉੱਥੇ ਉਸੇ ਗੁਰਦੁਆਰੇ, ਅਤੇ ਉੱਥੇ ਜਾ ਕੇ ਪੁੱਛਦੇ ਵੀ ਉਹ ਜਿਹੜੀ ਇੱਕ ਬੀਬੀ ਸਾਨੂੰ ਘਰ ਲੈ ਕੇ ਗਈ ਸੀ ਉਹਦਾ ਕਿੱਦਾਂ ਹਾਲ ਆ। ਕਹਿੰਦੇ ਉਹ ਤਾਂ ਤੂੰ ਨਾ ਉਹਦੇ ਕੋਲੋਂ ਜਾ ਕੇ ਪੁੱਛੋ। ਅਤੇ ਕਹਿੰਦੇ ਵੀ ਕੀ ਕੋਈ ਖਾਸ ਗੱਲ, ਕਹਿੰਦੇ ਬਹੁਤ ਖਾਸ ਗੱਲ, ਤੁਸੀਂ ਜਾਂ ਉਹਨੂੰ ਬੁਲਾ ਦਿੰਦੇ ਆ ਨਾ। ਤਾਂ ਉਹ ਬੀਬੀ ਆਈ ਅਤੇ ਉਹਦੇ ਕਿਰਪਾਨ ਪਾਈ ਹੋਈ। ਅਤੇ ਉਹ ਕਹਿੰਦੇ ਬੀਬੀ ਤੂੰ ਕਿੱਦਾਂ ਕਿਰਪਾਨ ਪਾ ਲਈ। ਉਹ ਕਹਿੰਦੀ ਕਿ ਮੇਰੀ ਵੀ ਕਹਾਣੀ ਆ। ਕਹਿੰਦੇ ਦੱਸੋ। ਕਹਿੰਦੇ ਕਿ ਜਿਹੜਾ ਤੁਸੀਂ ਮੰਤਰ ਦੇ ਕੇ ਗਏ ਸੀ ਉਹ ਮੈਂ ਮੰਤਰ ਜਪਣਾ ਸ਼ੁਰੂ ਕਰ ਦਿੱਤਾ। ਕਹਿੰਦੇ ਕਿ ਮੈਨੂੰ ਇੰਨਾ ਵਧੀਆ ਲੱਗਾ ਉਹ ਕਿ ਮੈਂ ਦਿਨ ਰਾਤ ਹੀ ਕਰਨ ਲੱਗ ਪਈ। ਉਹ ਸੌਂਦੇ ਉੱਠਦੇ ਚੱਲਦੇ ਫਿਰਦੇ ਉਹ ਮੂਲ ਮੰਤਰ ਮੈਨੂੰ ਵਿਸਰੇ ਹੀ ਨਾ। ਫਿਰ ਕਹਿੰਦੇ ਕਿ ਮੇਰੀ ਅਵਸਥਾ ਹੋ ਗਈ ਕਿ ਉਹ ਮੂਲ ਮੰਤਰ ਮੈਨੂੰ ਸਾਰੇ ਪੱਤਿਆਂ 'ਚ ਲਿਖਿਆ ਦਿਸੇ, ਸਾਰੇ ਪਾਸਿਓਂ ਮੈਨੂੰ ਆਵਾਜ਼ਾਂ ਸੁਣਨ। ਅਤੇ ਉਸ ਤੋਂ ਬਾਅਦ ਕੀ ਕਹਿੰਦੀ ਕਿ ਮੇਰੀ ਡੈਥ ਹੋ ਗਈ। ਅਤੇ ਡੈਥ ਹੋ ਗਈ ਤਾਂ ਉਹਦੀ ਪੋਤੀ ਉਹਨੂੰ ਬਹੁਤ ਪਿਆਰ ਕਰਦੀ ਸੀ। ਕਹਿੰਦੀ ਉਹ ਕਹੇ ਕਿ ਜਦੋਂ ਉਹਨੂੰ ਸਿਵਿਆਂ 'ਚ ਲਿਜਾਣ ਲੱਗੇ ਉਹ ਕਹਿੰਦੀ ਕਿ ਇਹਨੂੰ ਲਿਜਾਣਾ ਨਹੀਂ, ਮੇਰੀ ਦਾਦੀ ਮਰੀ ਨਹੀਂ। ਅਤੇ ਉਹ ਕਹਿੰਦੇ ਵੀ ਨਿਆਣੀ ਆ। ਤਾਂ ਕਹਿੰਦੀ ਜਦੋਂ ਮੈਂ ਮਰ ਗਈ ਤਾਂ ਉੱਪਰ ਲੈ ਗਏ ਤਾਂ ਮੈਨੂੰ ਵਿਸ਼ਨੂਪੁਰੀ ਵਿੱਚ ਲੈ ਗਏ। ਇੱਦਾਂ ਪੁਰੀਆਂ ਆ ਜਿੱਥੇ ਉੱਪਰ ਇੰਦਰਪੁਰੀ, ਵਿਸ਼ਨੂਪੁਰੀ, ਅਤੇ ਉੱਥੇ ਲੈ ਗਏ। ਤਾਂ ਕਹਿੰਦੀ ਮੈਂ ਉਹਨਾਂ ਨੂੰ ਕਿਹਾ ਕਿ ਮੈਂ ਤਾਂ ਇੱਥੇ ਨਹੀਂ ਰਹਿਣਾ, ਮੈਂ ਤਾਂ ਜਾਣਾ ਗੁਰਪੁਰੀ। ਉਹ ਕਹਿੰਦੇ ਕਿ ਨਹੀਂ ਬੀਬੀ ਤੂੰ ਨਾ ਵਿਸ਼ਨੂੰ ਦੀ ਬਹੁਤ ਭਗਤੀ ਕੀਤੀ ਆ, ਵਿਸ਼ਨੂੰ ਜੀ ਤੁਹਾਡੇ 'ਤੇ ਬਹੁਤ ਪ੍ਰਸੰਨ ਆ, ਇਹ ਤਾਂ ਵਿਸ਼ਨੂਪੁਰੀ ਮਿਲਦੀ ਨਹੀਂ ਕਿਸੇ ਨੂੰ, ਤੈਨੂੰ ਮਿਲ ਗਈ, ਤੂੰ ਤਾਂ ਇਹਨੂੰ ਵੀ ਰਿਜੈਕਟ ਕਰੀ ਜਾਂਦੀ ਆ। ਉਹ ਕਹਿੰਦੀ ਨਹੀਂ ਮੈਨੂੰ ਵਿਸ਼ਨੂਪੁਰੀ ਨਹੀਂ ਚਾਹੀਦੀ, ਮੈਨੂੰ ਕੀ ਚਾਹੀਦਾ, ਗੁਰਪੁਰੀ। ਠੀਕ ਹੈ। ਜਦੋਂ ਉਹਨੇ ਉੱਤੇ ਜਾ ਕੇ ਖੜਾ ਕੀਤਾ ਅਤੇ ਉਹ ਕਹਿੰਦੇ ਕਿ ਚੱਲ ਗੁਰਪੁਰੀ ਦਾ ਇਹ ਆ ਕਿ ਅਸੀਂ ਤਾਂ ਨਹੀਂ ਜਾ ਸਕਦੇ, ਤੈਨੂੰ ਉੱਥੇ ਨੇੜੇ ਲੈ ਜਾਂਦੇ ਹਾਂ ਅਤੇ ਤੂੰ ਇੱਦਾਂ ਕਰ ਉੱਥੇ ਦੇਖ ਕੇ ਤਾਂ ਮੁੜਿਆ ਹੀ।
ਤੇ ਉਹ ਕਹਿੰਦੇ ਚੱਲ ਠੀਕ ਆ। ਉਹ ਉੱਥੇ ਗਈ ਤੇ ਉੱਥੇ ਪਹਿਰੇਦਾਰ ਸਿੰਘ ਖੜ੍ਹੇ ਸੱਚਖੰਡ 'ਤੇ ਡੋਰ 'ਤੇ, ਅੰਦਰ ਕੀਰਤਨ ਹੋਣ ਡਿਆ। ਉਹ ਘੁਸਰ ਕੇ ਵਿੱਚ ਵੜ ਕੇ ਉੱਥੇ ਜਾ ਕੇ ਸੰਗਤ 'ਚ ਬਹਿ ਗਈ। ਅਤੇ ਜਿਹੜੇ ਪਹਿਰੇਦਾਰ ਸੀ ਉਹਨੂੰ ਲੈ ਕਹਿਣ ਤੂੰ ਚੱਲ ਬਾਹਰ, ਤੂੰ ਤਾਂ ਅੰਮ੍ਰਿਤ ਨਹੀਂ ਛਕਿਆ, ਬਾਹਰ ਆ ਜਾ, ਬਾਹਰ ਆ ਜਾ, ਇੱਦਾਂ ਰੌਲਾ ਪੈਣ। ਉਹ ਉੱਠੇ ਨਾ। ਤਾਂ ਜਿਹੜੀ ਸੰਗਤ ਬੈਠੀ ਸੀ ਉਹ ਕਹਿੰਦੇ ਕਿ ਕੀਰਤਨ ਦਾ ਭੋਗ ਪੈ ਲੈਣ ਦਿਓ, ਚੁੱਪ ਰਹੋ, ਉਹਨੂੰ ਉਸ ਤੋਂ ਬਾਅਦ ਗੱਲ ਕਰਿਓ। ਅਤੇ ਉਹ ਫਿਰ ਜਦੋਂ ਭੋਗ ਪਿਆ ਅਤੇ ਉਹਦੀ ਆ ਗਈ ਗੱਲ ਜੀ, ਭਈ ਇਹ ਕਿੱਦਾਂ ਆ ਗਈ ਇੱਥੇ ਗੁਰਪੁਰੀ 'ਚ, ਇਹਨੇ ਤਾਂ ਅੰਮ੍ਰਿਤ ਹੀ ਨਹੀਂ ਛਕਿਆ ਹੋਇਆ। ਤਾਂ ਉਹ ਕਹਿੰਦੇ ਜੀ ਇਹਨੇ ਭਗਤੀ ਬਹੁਤ ਕੀਤੀ ਹੋਈ ਆ, ਨਾਮ ਮੂਲ ਮੰਤਰ ਦੇ ਬਹੁਤ ਕੀਤਾ ਪਾਠ, ਤਾਂ ਇੱਕੋ ਹੀ ਇਹਦੀ ਘਾਟ ਆ ਕਿ ਇਹਨੇ ਅੰਮ੍ਰਿਤ ਨਹੀਂ ਛਕਿਆ। ਅਤੇ ਕਹਿੰਦੇ ਕਿ ਜੇ ਇਹ ਅੰਮ੍ਰਿਤ ਛਕ ਲਵੇ ਤਾਂ ਫਿਰ ਇਹਨੂੰ ਗੁਰਪੁਰਬੀ ਮਿਲ ਸਕਦੀ ਹੈ। ਉਹ ਕਹਿੰਦੇ ਕਿ ਦੇਖੋ ਇਹਦੀ ਲਾਸ਼ ਹਲੇ ਇਹਨਾਂ ਨੇ ਸਾੜੀ ਤਾਂ ਨਹੀਂ ਕਿ ਹੈਗੀ ਆ? ਕਹਿੰਦੇ ਜੀ ਹੈਗੀ ਆ ਹਾਲੇ, ਹੈ ਨਾ। ਤਾਂ ਉਹਨੂੰ ਵਾਪਸ ਭੇਜਤਾ। ਕਹਿੰਦੇ ਮਾਈ ਤੂੰ ਜਾ ਵਾਪਸ, ਅੰਮ੍ਰਿਤ ਛਕ ਕੇ ਆ, ਫਿਰ ਤੈਨੂੰ ਗੁਰਪੁਰਬੀ ਮਿਲੂਗੀ। ਤੈਨੂੰ 2 ਸਾਲ ਦਾ ਟਾਈਮ ਦਿੱਤਾ, 2 ਸਾਲ ਨਹੀਂ, ਕੁਛ ਮਹੀਨੇ ਦਾ, ਸੌਰੀ 6 ਮਹੀਨੇ ਦਾ ਜਾਂ ਕੁਛ ਇੱਦਾਂ ਨਾ, ਕਿਉਂਕਿ 2 ਸਾਲ ਬਾਅਦ ਤਾਂ ਹੋਊਗਾ, ਇਹਦਾ ਮਤਲਬ ਕਿ ਉਸ ਤੋਂ ਪਹਿਲਾਂ ਹੋ ਚੁੱਕਾ ਹੋਊਗਾ। ਜੇ ਸਾਲ ਦਾ ਲਾ ਲਓ, ਮੈਂ ਪੱਕਾ ਸ਼ੋਰ ਨਹੀਂ ਗਾ ਕਿੰਨਾ ਵੀ, ਹੈ ਨਾ। ਅਤੇ ਉਹ ਕਹਿੰਦੇ ਕਿ ਤੂੰ ਆਪਣਾ ਅੰਮ੍ਰਿਤ ਛਕ ਲਾ ਅਤੇ ਗੁਰਮੰਤਰ ਦਾ ਜਾਪ ਕਰਕੇ ਆ ਫਿਰ ਦੁਬਾਰਾ। ਅਤੇ ਉਹ ਉੱਥੇ ਉੱਠ ਕੇ ਬਹਿ ਗਈ, ਮਰੀ ਪਈ। ਲੋਕ ਵੀ ਕਹਿੰਦੇ ਵੀ ਇਹਦੀ ਪੋਤੀ ਸਹੀ ਕਹਿੰਦੀ ਸੀ, ਨਹੀਂ ਮਰੀ ਹਲੇ। ਤਾਂ ਉਹ ਜਦੋਂ ਉੱਠ ਕੇ ਖੜ੍ਹੀ ਹੋਈ ਅਤੇ ਕਹਿੰਦੀ ਕਿ ਮੈਂ ਜਾਣਾ ਸਿੱਧੇ ਗੁਰਦੁਆਰੇ ਸਾਹਿਬ। ਅਤੇ ਉਹ ਗੁਰਦੁਆਰੇ ਚੱਲ ਗਈ। ਉੱਥੇ ਜਾ ਕੇ ਉਹਨੂੰ ਕਹਿੰਦੀ ਪ੍ਰਬੰਧਕਾਂ ਨੂੰ ਕਿ ਮੈਨੂੰ ਅੰਮ੍ਰਿਤ ਛਕਾਓ ਔਰ ਹੁਣੇ ਹੀ ਛਕਾਓ। ਉਹ ਕਹਿੰਦੇ ਕਿ ਇੱਦਾਂ ਨਹੀਂ ਹੁੰਦਾ ਬੀਬੀ, ਕੋਈ ਅੰਮ੍ਰਿਤ ਸੰਚਾਰ ਲਈ 5 ਪਿਆਰੇ ਹੁੰਦੇ ਆ, ਫਿਰ ਉਹ ਕੋਈ ਵਿਧ ਬਣੇ ਤਾਂ ਫਿਰ ਅੰਮ੍ਰਿਤ ਛਕਾ ਹੁੰਦਾ। ਉਹ ਕਹਿੰਦੀ ਕਿ ਨਹੀਂ, ਮੈਂ ਤਾਂ ਅੰਮ੍ਰਿਤ ਛਕੇ ਤੋਂ ਬਿਨਾਂ ਜਾਣਾ ਨਹੀਂ, ਅਤੇ ਮੈਂ ਇੱਥੇ ਗੁਰਦੁਆਰੇ ਸਾਹਮਣੇ ਡੇਰਾ ਲਾ ਕੇ ਬੈਠੀ ਹਾਂ, ਅਤੇ ਮੈਂ ਨਾ ਕੁਛ ਖਾਣਾ ਨਾ ਪੀਣਾ। ਜਦੋਂ ਤੁਸੀਂ ਪ੍ਰਬੰਧ ਕਰ ਦੋਗੇ ਤਾਂ ਮੈਂ ਇੱਥੇ ਚੱਲ ਜਾਊਂਗੀ, ਨਹੀਂ ਤਾਂ ਮੇਰਾ ਧਰਨਾ ਇੱਥੇ ਲਾਇਆ ਗੁਰਦੁਆਰੇ ਦੇ ਮੂਹਰੇ। ਅਤੇ ਉਹ ਸੱਚੀ ਉੱਥੇ ਬਹਿ ਗਈ ਚੌਂਕੜਾ ਲਾ ਕੇ। ਫਿਰ ਉਹਨਾਂ ਨੂੰ ਹਲਜੁਲ ਕਰਨੀ ਪਈ ਅਤੇ ਉਹਨਾਂ ਨੇ 5 ਪਿਆਰਿਆਂ ਦਾ ਪ੍ਰਬੰਧ ਕੀਤਾ ਅਤੇ ਉਹਨੂੰ ਅੰਮ੍ਰਿਤ ਛਕਾ ਦਿੱਤਾ। ਅਤੇ ਓਕੇ ਸੌਰੀ, ਮੈਂ ਜਿਹੜੀ ਹੁਣ ਕਹਾਣੀ ਮੈਨੂੰ ਯਾਦ ਹੋਣ ਆਈ ਆ ਕਿ 2 ਸਾਲ ਦਾ ਟਾਈਮ ਦਿੱਤਾ ਸੀ, ਉਹ ਬੰਦੇ ਥੋੜ੍ਹਾ ਪਹਿਲਾਂ ਆ ਗਏ। ਉਹ ਕਹਿੰਦੀ, ਉਹਨੇ ਬੁੜੀ ਆਪੇ ਉਹਨਾਂ ਨੂੰ ਗੱਲ ਸੁਣਾ ਰਹੀ ਆ ਕਿ ਮੇਰੇ ਨਾਲ ਇੱਦਾਂ ਹੋਈ ਆ, ਫਿਰ ਮੈਂ ਇਹਨਾਂ ਨੇ ਅੰਮ੍ਰਿਤ ਛਕਾ ਤਾ ਮੈਨੂੰ, ਅਤੇ ਮੇਰੇ ਹੁਣ ਇੰਨੇ ਮਹੀਨੇ ਰਹਿ ਗਏ ਹੋਰ, ਮੈਂ ਸੱਚਖੰਡ ਚਲ ਜਾਣਾ ਹੁਣ। ਅਤੇ ਫਿਰ ਉਹ ਜਿਹੜੀ ਡੇਟ ਉਹਨਾਂ ਨੂੰ ਸੀਗੀ ਉਹ ਕਾਊਂਟ ਕਰਦੀ ਰਹੀ, ਮੇਰੇ ਇੰਨੇ ਦਿਨ ਰਹਿ ਗਏ, ਮੇਰਾ ਹੁਣ ਕੱਲ੍ਹ ਨੂੰ ਚਲ ਜਾਣਾ, ਹੁਣ ਮੈਂ ਇੰਨੇ, ਜਿੰਨਾ ਉਹਨੂੰ ਪਤਾ ਸੀ ਉਹ ਓਨੇ ਟਾਈਮ 'ਤੇ ਚਲੇ ਗਈ ਉਹ। ਤਾਂ ਦਿਸ ਇਜ਼ ਆਲਸੋ ਅਨਦਰ ਐਗਜ਼ਾਮਪਲ ਆਫ ਦ ਪਾਵਰ ਆਫ ਮੂਲ ਮੰਤਰ, ਕਿ ਇੱਕ ਹਿੰਦੂ ਬੀਬੀ ਜਿਹਨੇ ਅੰਮ੍ਰਿਤ ਵੀ ਨਹੀਂ ਛਕਿਆ ਹੋਇਆ ਸੀ, ਉਹਨੂੰ ਸੱਚਖੰਡ ਦਵਾਤਾ ਮੂਲ ਮੰਤਰ ਨੇ। ਅਤੇ ਸਾਨੂੰ ਵੀ ਦਵਾ ਸਕਦਾ ਜੇ ਸਾਡੇ ਕੋਲ ਸ਼ਰਧਾ ਅਤੇ ਉੱਦਾਂ ਦੀ ਜਾਪ ਕਰਨ ਦੀ ਪਾਵਰ ਹੋਵੇ। ਮੂਲ ਮੰਤਰ ਗੁਰਸਿੱਖ ਕਈ ਕਹਿੰਦੇ ਆ ਕਿ ਇਹ ਮੂਲ ਮੰਤਰ ਵੀ ਆ ਅਤੇ ਮੂਲ ਮੰਤਵ ਵੀ ਆ। ਮੰਤਵ ਪਰਪਸ, ਕਿ ਸਾਡੇ ਜੀਵਨ ਦਾ, ਸਾਡੇ ਦਾ ਲਾਈਫ ਦਾ ਪਰਪਸ ਕੀ ਆ, ਉਹ ਵੀ ਮੂਲ ਮੰਤਰ ਹੀ ਆ। ਮੂਲ ਮੰਤਰ ਦੇ ਜਿਹੜੇ, ਜਿੱਦਾਂ ਕਹਿੰਦੇ ਕਿ ਮੂਲ ਮੰਤਰ ਦਾ ਜਿਹੜਾ ਵਿਸਥਾਰ ਆ ਉਹ ਜਪਜੀ ਸਾਹਿਬ ਆ। ਤਾਂ ਮੈਂ ਕਿਸੇ ਤੋਂ ਵੀ ਸੁਣਿਆ ਔਰ ਮੇਰਾ ਵੀ ਇਹ ਵਿਚਾਰ ਹੈ ਕਿ ਜਿਹੜਾ ਮੂਲ ਮੰਤਰ ਆ ਇਹ ਸਾਰਾ ਇੱਕ ਓਂਕਾਰ ਦਾ ਵਿਸਥਾਰ ਹੈ। ਇੱਕ ਓਂਕਾਰ ਦਾ ਵਿਸਥਾਰ ਮੂਲ ਮੰਤਰ, ਮੂਲ ਮੰਤਰ ਦਾ ਵਿਸਥਾਰ ਜਪਜੀ ਸਾਹਿਬ, ਜਪਜੀ ਸਾਹਿਬ ਦਾ ਵਿਸਥਾਰ ਸ੍ਰੀ ਗੁਰੂ ਗ੍ਰੰਥ ਸਾਹਿਬ। ਜਿੱਦਾਂ ਇੱਧਰ ਨੂੰ ਡਿਲਿਊਟ ਹੁੰਦਾ ਜਾਂਦਾ, ਇੱਧਰ ਨੂੰ ਕੌਂਸਟੇਟਡ ਹੁੰਦਾ ਜਾਂਦਾ, ਪਾਵਰਫੁਲ ਹੁੰਦਾ ਜਾਂਦਾ। ਜਿਹੜਾ ਇੱਕ ਓਂਕਾਰ ਆ ਇੰਨਾ ਪਾਵਰਫੁੱਲ ਆ ਕਿ ਇਹ ਦੱਸਿਆ ਨਹੀਂ ਜਾ ਸਕਦਾ, ਕਿਉਂਕਿ ਇਹਦੇ ਵਿੱਚ ਜਦੋਂ ਇੱਕ ਓਂਕਾਰ ਦਾ ਸਾਰਾ ਹੀ ਗੁਰੂ ਗ੍ਰੰਥ ਸਾਹਿਬ ਵਿਖਿਆਨ ਕਰਨ ਡਏ ਹੋਏ ਆ, ਤਾਂ ਇਹਦਾ ਮਤਲਬ ਹੈ ਕਿ ਬਹੁਤ ਵੱਡੀ ਚੀਜ਼ ਆ, ਬਹੁਤ ਡੂੰਘੀ ਚੀਜ਼ ਆ। ਜਦੋਂ ਇਹਦਾ ਅਸੀਂ ਕਿਤਿਓਂ ਇਹਦੇ ਅਰਥ ਪੜ੍ਹਦੇ ਹਾਂ ਤਾਂ ਮੋਸਟਲੀ ਇਹੀ ਅਰਥ ਮਿਲਦੇ ਆ ਕਿ ਗੋਡ ਇਜ਼ ਵਨ, ਪਰਮਾਤਮਾ ਇੱਕ ਹੈ। ਪਰ ਮੇਰਾ ਸੋਚਣਾ ਇਹ ਹੈ ਕਿ
ਜਿਸ ਇੱਕ ਓਂਕਾਰ ਦਾ ਸਾਰਾ ਹੀ ਗੁਰੂ ਗ੍ਰੰਥ ਸਾਹਿਬ ਜੀ ਵਿਆਖਿਆਨ ਕਰਨ ਲੱਗੇ ਹੋਏ ਆ, ਉਹਦਾ ਅਰਥ ਇੰਨਾ ਛੋਟਾ ਨਹੀਂ ਹੋਣਾ ਚਾਹੀਦਾ ਕਿ ਗੋਡ ਇਜ਼ ਵਨ। There should be some deeper meaning of it. ਤੇ ਜਿੱਦਾਂ ਇੱਕ ਸਪੀਕਰ ਸੀਗਾ, ਉਹ ਕਹਿੰਦਾ ਕਿ ਜੇ ਮੈਂ ਕਿਸੇ ਵਿਸ਼ੇ ਤੇ, ਬਹੁਤ ਫੇਮਸ ਸਪੀਕਰ ਸੀਗਾ, ਹਰ ਇੱਕ ਵਿਸ਼ੇ ਤੇ, ਜਿਹੜੇ ਵੀ ਵਿਸ਼ੇ ਤੇ ਉਹ ਬੋਲਦਾ ਸੀਗਾ, ਵਰਲਡ ਫੇਮਸ ਸੀਗਾ ਸਪੀਕਰ, ਤੇ ਉਹ ਲੋਕਾਂ ਦੀ ਸੋਚ ਹੀ ਬਦਲ ਦਿੰਦਾ ਸੀਗਾ, ਬਹੁਤ ਡੂੰਘੀਆਂ ਗੱਲਾਂ ਦੱਸਦਾ ਸੀ ਕਿਸੇ ਵੀ ਵਿਸ਼ੇ ਤੇ। ਤਾਂ ਉਹਦੀ ਕਿਸੇ ਨੇ ਇੰਟਰਵਿਊ ਕੀਤੀ, ਕਹਿੰਦੀ ਕਿ ਜੇ ਤੂੰ ਜਿਹੜਾ ਜਦੋਂ ਬੋਲਦਾ 1 ਘੰਟਾ, ਤਾਂ ਤੂੰ ਉਹਦੀ ਕਿੰਨਾ ਚਿਰ ਉਹਦੀ ਅਭਿਆਸ ਕਰਦਾ, ਉਹਦੀ ਪ੍ਰਿਪੇਰੇਸ਼ਨ ਕਿੰਨੇ ਚਿਰ ਲਈ ਕਰਦਾ। ਉਹ ਕਹਿੰਦਾ ਕਿ ਜੇ ਮੈਂ 1 ਘੰਟਾ ਬੋਲਣਾ ਹੋਵੇ, ਮੈਨੂੰ 1 ਦਿਨ ਚਾਹੀਦਾ ਪ੍ਰਿਪਰੇਸ਼ਨ ਕਰਨ ਲਈ, ਮੈਂ ਉਸ ਸਬਜੈਕਟ ਨੂੰ ਐਨ ਚੰਗੀ ਤਰ੍ਹਾਂ ਕਰ ਦਊਂਗਾ। ਤਾਂ ਕਹਿੰਦੇ ਜੇ ਅੱਧੇ ਘੰਟੇ 'ਚ ਕਰਨਾ ਹੋਵੇ, ਫਿਰ ਕਹਿੰਦਾ ਮੈਨੂੰ 15 ਦਿਨ ਚਾਹੀਦੇ ਆ, ਨਹੀਂ ਸੌਰੀ 1 ਹਫ਼ਤਾ ਚਾਹੀਦਾ ਹੈ। ਅੱਧੇ ਘੰਟੇ 'ਚ ਉਹਨੇ ਸਾਰਾ ਕਲੋਜ਼ ਅਪ ਕਰਨਾ ਆਪਣੇ ਸਬਜੈਕਟ ਨੂੰ। ਤਾਂ ਜੇ 15 ਮਿੰਟਾਂ 'ਚ ਉਹਨੇ ਐਕਸਪਲੇਨ ਕਰਨਾ ਆ, ਫਿਰ ਕਹਿੰਦਾ ਮੈਨੂੰ ਇੱਕ ਮਹੀਨਾ ਚਾਹੀਦਾ। ਜੇ ਕਹਿੰਦੇ 2-4 ਮਿੰਟ ਵਿੱਚ ਹੀ ਕਰਨਾ, ਫਿਰ ਮੈਨੂੰ ਕਹਿੰਦਾ 2-4 ਮਹੀਨੇ ਚਾਹੀਦੇ ਆ। ਕਹਿੰਦੇ ਇਹ ਕਿਉਂ? ਕਿ ਜਿੰਨਾ ਤੈਨੂੰ ਥੋੜ੍ਹਾ ਟਾਈਮ ਮਿਲਦਾ, ਉਨਾ ਹੀ ਤੈਨੂੰ ਜ਼ਿਆਦਾ ਕਰਨੀ ਪੈਂਦੀ ਆ। ਉਹ ਕਹਿੰਦਾ ਕਿ ਜੇ ਥੋੜ੍ਹੇ ਸ਼ਬਦਾਂ ਵਿੱਚ ਮੈਂ ਬਹੁਤ ਕੁਝ ਕਹਿਣਾ ਹੋਵੇ, ਤਾਂ ਮੈਨੂੰ ਬੜੇ ਸ਼ਬਦ ਚੁਣਨੇ ਪੈਂਦੇ ਆ ਕਿ ਮੈਂ ਥੋੜ੍ਹਿਆਂ ਸ਼ਬਦਾਂ ਵਿੱਚ ਮੈਂ ਸਾਰੀ ਗੱਲ ਕਹਿ ਦੇਵਾਂ। ਇੱਦਾਂ ਹੀ ਮੈਨੂੰ ਲੱਗਦਾ ਕਿ ਜਿਹੜੇ ਮੂਲ ਮੰਤਰ ਹੈ, ਥੋੜ੍ਹੇ ਸ਼ਬਦਾਂ ਵਿੱਚ ਬਹੁਤ ਕੁਝ ਕਹਿਤਾ ਮਹਾਰਾਜ ਜੀ ਨੇ, ਔਰ ਏਕ ਓਂਕਾਰ ਵਿੱਚ ਤਾਂ ਸਭ ਕੁਝ ਹੀ ਕਹਿ ਦਿੱਤਾ। ਇੱਕ ਓਂਕਾਰ ਦੇ ਵਿੱਚ ਵੀ 2 ਪਾਰਟ ਹੈਗੇ ਆ, ਏਕਾ ਪਲੱਸ ਓਂਕਾਰ, ਠੀਕ ਹੈ। ਇਹ ਜਿਹੜਾ ਭਾਈ ਗੁਰਦਾਸ ਜੀ ਨੇ ਲਿਖਿਆ, ਏਕਾ ਏਕ ਓਂਕਾਰ ਲਿਖ ਦਿਖਾਲਿਆ, ਊੜਾ ਓਂਕਾਰ ਨਾਲ ਬਹਾਲਿਆ। ਇਹ ਏਕਾ ਏਕ ਓਂਕਾਰ ਦਾ ਹੈਗਾ ਲਖਾਇਕ, ਜਿਹੜਾ ਊੜਾ ਖੁੱਲ੍ਹੇ ਵਾਲਾ ਉਹ ਓਂਕਾਰ ਦਾ ਲਖਾਇਕ ਹੈ। ਇਹ ਜਦੋਂ ਅਸੀਂ ਛੋਟੇ ਹੁੰਦੇ ਸੀਗੇ, ਉਦੋਂ ਏਕ ਓਂਕਾਰ ਕਹਿੰਦੇ ਹੁੰਦੇ ਸੀ ਸਾਡੇ ਜਿਹੜੇ ਗੁਰਦੁਆਰੇ ਦੇ ਭਾਈ ਆ, ਜਾਂ ਅਸੀਂ ਆਮ ਬੋਲੀ ਚਾਲੀ ਵਿੱਚ ਵੀ ਇਹਨੂੰ ਏਕ ਓਂਕਾਰ ਕਹਿੰਦੇ ਹੁੰਦੇ ਸੀ। ਜਦ ਮੈਂ ਪ੍ਰਾਇਮਰੀ ਸਕੂਲ 'ਚ ਪੜ੍ਹਦਾ ਸੀਗਾ, ਅਤੇ ਸਾਡੇ ਇੱਕ ਬੜਾ ਕਰੇਜ਼ ਹੁੰਦਾ ਸੀ ਛੋਟੇ ਬੱਚਿਆਂ 'ਚ, ਜਿਹੜੇ ਬੱਚਿਆਂ ਨੂੰ ਲਿਖਣਾ ਆ ਗਿਆ, ਆਪਣੇ ਗੁੱਟ 'ਤੇ ਏਕ ਓਂਕਾਰ ਲਿਖਾਉਣਾ ਪੈਨ ਦੇ ਨਾਲ। ਅਤੇ ਜਿਹੜੇ ਲਿਖਣਾ, ਜਿੱਦਾਂ ਅਸੀਂ ਪਹਿਲੀ 'ਚ ਪੜ੍ਹਦੇ, ਦੂਜੀ ਤੀਜੀ ਵਾਲੇ ਬੱਚਿਆਂ ਨੇ ਬੜੇ ਟੌਰ ਨਾਲ ਕਹਿਣਾ ਵੀ ਲਿਖਦੇ ਹਾਂ, ਅਸੀਂ ਮੋਹਰੇ ਗੁੱਟ ਕਰਨੇ ਸਾਡੇ ਲਿਖਦੇ। ਅਤੇ ਇਹ ਬੜਾ ਲੈਟਰਾਂ 'ਤੇ ਵੀ ਏਕ ਓਂਕਾਰ ਸਤਿਗੁਰ ਪ੍ਰਸਾਦ ਲਿਖਿਆ ਜਾਂਦਾ ਸੀ, ਵਹੀਆਂ ਖਾਤਿਆਂ 'ਤੇ, ਅਸੀਂ ਸਕੂਲਾਂ ਦੀਆਂ ਕਾਪੀਆਂ 'ਤੇ ਵੀ ਪਹਿਲਾਂ ਇਹ ਲਿਖਣਾ। ਹੁਣ ਉਹ ਚੀਜ਼ਾਂ ਨਹੀਂ ਰਹਿ ਗਈਆਂ, ਪਰ ਇਹ ਬੜੀ ਵਧੀਆ ਚੀਜ਼ ਹੁੰਦੀ ਸੀਗੀ ਕਿ ਏਕ ਓਂਕਾਰ ਤੋਂ ਸ਼ੁਰੂ ਕਰਨਾ ਕੁਛ ਵੀ ਚੀਜ਼। ਤਾਂ ਏਕ ਓਂਕਾਰ 2 ਚੀਜ਼ਾਂ ਹੈਗੀਆਂ, ਏਕਾ ਏਕ ਓਂਕਾਰ। ਇਹਦੀ ਜਿਹੜੀ ਪ੍ਰੋਨਾਂਸੀਏਸ਼ਨ ਆ, ਹੁਣ ਜਿਹੜੀ ਸ਼੍ਰੋਮਣੀ ਕਮੇਟੀ ਨੇ ਨਾ, 1 ਓਂਕਾਰ ਇਹਦੀ ਪ੍ਰੋਨਾਂਸੀਏਸ਼ਨ ਕੀਤੀ ਆ, ਅਤੇ ਜਿਹੜੇ ਪੁਰਾਤਨ ਗੁਰਸਿੱਖ ਉਹ ਏਕ ਓਂਕਾਰ ਕਹਿੰਦੇ ਸੀਗੇ, ਅਤੇ ਕਈ ਗੁਰਸਿੱਖ ਇਹਨੂੰ ਏਕੰਕਾਰ ਓਂਕਾਰ ਵੀ ਕਹਿੰਦੇ ਸੀ, ਕਿਉਂਕਿ ਭਾਈ ਗੁਰਦਾਸ ਦੀ ਤੋਂ ਸੇਧ ਲੈ ਕੇ ਨਾ ਕਿ ਏਕਾ ਏਕ ਓਂਕਾਰ ਆ, ਤਾਂ ਊੜਾ ਓਂਕਾਰ ਹੈ। ਪਰ ਚਲੋ ਆਪਾਂ ਇਸ ਵਿਸ਼ੇ ਵੱਲ ਨਹੀਂ ਜਾਣਾ। ਹੁਣ ਮੇਰਾ ਹੋਰ ਸੋਚ ਆ ਗਈ ਕਿ ਜਿਹੜਾ ਏਕਾ ਆ, ਇਹ ਇਸੇ ਦਾ ਹੀ ਸਾਰਾ ਕੁਛ ਵਿਸਥਾਰ ਆ। ਜਿਹੜਾ ਓਂਕਾਰ ਆ, ਉਹ ਵੀ ਏਕੇ ਦਾ ਹੀ ਵਿਸਥਾਰ ਆ। ਤਾਂ ਇਟ ਮੀਨਸ ਕਿ ਏਕਾ ਤਾਂ ਬਹੁਤ ਵੱਡਾ ਹੋ ਗਿਆ। ਫਿਰ ਏਕਾ ਪੰਜਾਬੀ ਵਿੱਚ ਜਦੋਂ ਲਿਖਿਆ ਜਾਂਦਾ ਸੀ ਨਾ, ਆਪਾਂ ਜਦੋਂ ਅਸੀਂ ਲਿਖਣ ਲੱਗੇ ਸਕੂਲਾਂ 'ਚ, ਤਾਂ ਉਹ ਕਹਿੰਦੇ ਸੀ ਆਹ ਏਕਾ, ਆਹ ਦੂਣੀ, ਆਹ ਤੀਆ। ਹੁਣ ਤਾਂ ਅੱਜ ਲਿਖਦੇ 1 2 ਆ 3 ਆ, ਅਸੀਂ ਕਹਿੰਦੇ ਹੁੰਦੇ ਸੀ ਏਕਾ ਆ, ਦੂਣੀ ਆ, ਤੀਆ ਆ। ਤਾਂ ਏਕਾ ਜਿਹੜਾ ਇਹਦੇ ਵਿੱਚ ਬਹੁਤ ਕੁਛ ਸਮਾਇਆ ਹੋਇਆ। ਏਕੇ ਦਾ ਜੇ ਕੋਈ ਦੱਸ ਸਕਦਾ ਹੋਵੇ ਕਿ ਆਪਣੇ ਪੰਜਾਬੀ ਵਿੱਚ ਬਹੁਤ ਏਕਾ ਵਰਤਿਆ ਜਾਂਦਾ, ਏਕੇ ਦਾ ਕੀ ਅਰਥ ਹੁੰਦਾ? ਏਕਾ
हैं जी, एकता या एकता कि इन्हां भरावां दा बड़ा एका आ, ठीक है, इन्हां इस कौम का बड़ा एका आ, मीनस की इन्हां दी यूनिटी है, इकट्ठे हो जाते हैं। तो जिहड़ा एका एकंकार दा आ, ये भी यूनिटी आ, ये सारी चीज़ों को यूनाइट करके तो परमेश्वर का रूप बना दिंदा। एकंकार तो ही सारा कुछ बनया, एकंकार विच ही समा जाना। जिहड़ा ओंकार आ, विस्तार आ, दो चीज़ां गुरु कलगीधर पातशाह जी ने चौपाई साहब विच दित्तियां। एक किरिया आ जिहदे नाल विस्तार हो जाता आ, एक किरिया आ जिहदे नाल संकोच हो जाता सारा कुछ। जे कोई दस सकदा होवे किहड़ियां किरियावां आख दो। हाँ जी, हाँ ठीक है। जब उदकर्ख करा करतारा, उदकर्ख की किरिया हैगी आ जिहदे नाल सारा कुछ पैदा हो जाता। दूजी किरिया किहड़ी आ? आकरख, खिच लेना। तो उहदे नाल की हुंदा कि सारा कुछ बनया बनाया मुड़ के फिर खेल 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 खेलन अंत को फिर एक। ये फिलोसफी आ गुरु घर की एके दी। ਇਹਦੇ ਵਿੱਚ बहुत ज़्यादा वर्क नहीं होया। ਜਿਹੜੇ ਸਾਡੇ विद्वान आ, ਮੈਨੂੰ नहीं कोई ज़्यादा इत्थे डिटेल मिली कि किसी ने इदां कीता होवे कि एकंकार ही सब कुछ है। एकंकार दे एका ही सब कुछ है, एके तो ही सब कुछ होया। तो एका ही एकंकार है, ओंकार उड़ाया। एकंकार एक, ओंकार विस्तार, क्योंकि वो जी कार आ वो अनलिमिटेड तक जाती आ और रुकती नहीं, जिन्नी मर्जी लंबी कर दो। इदा ही अकाल पुरख हैगा, वो भी अनलिमिटेड आ, वह किसी ने पारावार नहीं पाया, कोई वो लिमिट नहीं जान सकिया, ना ही जान सकता है। तो एके तो एक वननेस की मैं गल करनी सी जी, वो कि असी सारे एक ही हाँ। एक बारी मैं सियाटल स्कूल में छोटे छोटे बच्चों को पढ़ाता सीगा, तो एक अंकार की गल चल पई। तो कहते कि सानू समझ नहीं आती एक अंकार, एक गॉड किदां, तो दो गॉड नहीं हो सकते। तो मैं क्या नहीं, इदा नहीं हैगी गल, एक तो बाहर कुछ है ही नहीं, सारा कुछ एक दे विच ही आ। वो लड़की 6-7 साल की होनी, कहती मैं तो कन्फ्यूज़ हो गई। मैं क्या चल मैं तेनों ना हौली हौली समझाना। तो मैं क्या कई चीज़ां होंदियां जिहड़ियां बहुतियां होंदियां होईयां भी एक होंदियां। कहंदी किदां? मैं क्या किन्नियां उंगलां? तो कहंदी 5। मैं क्या हुण एक हत्थ है ना, 5 रल के एक बन गए। आ किन्ने अपने बॉडी, एक पार्ट आ बॉडी का पार्ट आ, किन्ने बॉडी के पार्ट आ रल के एक बॉडी बन गई। किन्नियां बॉडियां एक परिवार च होंदियां, एक फैमिली बन गई, है ना। इदा सारिਆਂ ਨੂੰ ਸਮੇਟੀ जाओ एक एक ही ਹੁੰਦਾ ਜਾਂਦਾ। ठीक है, ਜਦੋਂ किन्नियां काउंटियां फिर एक बन जाती, टाउन बनता, कुछ बनता, फिर स्टेट बनती, फिर कंट्री बनती, किन्नियां कंट्रियां रल जाओ की बनता, कॉन्टीनेंट बन जाता। ये कॉन्टीनेंट रल जान फिर की बनता, फिर एक वर्ल्ड बन जाता, संसार। ਦੇ संसार के सारे पैलेंट जिन्हें हैगे आ ग्रह वगैरह सारे रल जान फिर की बन जाता, यूनीवर्स। ये सारे यूनीवर्स रल जान सार, है ना, जो कुछ भी हैगा सारा कुछ ही रल जाए फिर की बनता, फिर वाहिगुरू बनता। जब मैं इन्नी गल कही, कुड़ी कहती नाउ आई गॉट इट। मैं क्या अच्छा, मैनू फिर मैं समझ आई। मैं चलो ये भी एक तरीका है, आप किसी को इदा भी दस सकते हैं। ठीक है, इदा ही एक दरख्त आ, राइट, वो सीगा एक प्लेन जगह ते, तो नेड़े तेड़े कोई दरख्त नहीं। ठीक है, तो ਉਹਦੇ ਜਿਹੜੇ ਟਾਹਣੀਆਂ पत्ते आपस ਵਿੱਚ गल करते आ। ਟਾਹਣੀਆਂ ਕਹਿੰਦੀਆਂ ਪੱਤਿਆਂ ਨੂੰ कि ਤੁਸੀਂ ਕਦੀ ਦਰਖਤ ਦੇਖਿਆ, हैव यू सीन ए ट्री? तो वो कहते कि ਆਪਾਂ ਹੀ ट्री आ। तो कहते नहीं मैं तो पत्ते आ।
ਤਾਂ ਉਹ ਕਹਿੰਦੀ ਮੈਂ ਤਾਂ ਟਾਹਣੀ ਆ। ਫੁੱਲ ਲੱਗਾ ਸੀ, ਉਹਨੂੰ ਪੁੱਛਿਆ ਟਰੀ ਦੇਖਿਆ, ਕਹਿੰਦਾ ਨਹੀਂ। ਕਹਿੰਦਾ ਤੂੰ ਟਰੀ ਆ ਤੂੰ ਵੀ? ਕਹਿੰਦਾ ਨਹੀਂ ਨਹੀਂ, ਮੈਂ ਤਾਂ ਫੁੱਲ ਆ, ਮੈਂ ਤਾਂ ਫਲ ਆ। ਹਾਂਜੀ ਪ੍ਰੈਕਟੀਕਲ ਸੋਚ ਸਾਡੇ ਲਾਈਕ ਸੋਚ ਦੇ ਵਿੱਚ ਕਿਵੇਂ ਅਸੀਂ ਪ੍ਰੈਕਟੀਕਲੀ ਜਿਹੜਾ ਇਹ ਵਨਨੈਸ ਦੀ ਵਿਚਾਰ ਹੈਗੀ ਆ, ਇਹ ਸਾਡਾ ਪ੍ਰੈਕਟੀਕਲੀ ਸਾਡੇ ਲਾਈਫ ਦੇ ਵਿੱਚ ਕਿਵੇਂ ਮੈਂ ਉਹੀ ਉੱਤੇ ਆਊਂਗਾ। ਮੈਂ ਪਹਿਲਾਂ ਇਹ ਇੱਥੇ ਆ ਜਾਵਾਂ ਕਿ ਅਸੀਂ ਵਨਨੈਸ ਦੇ ਵਿੱਚ ਕਿੱਥੇ ਖੜ੍ਹੇ ਹਾਂ। ਅਸੀਂ ਵਨਨੈਸ ਦੇ ਵਿੱਚ ਸਾਡਾ ਕੀ ਰੋਲ ਆ, ਸਾਡਾ ਕੀ ਪਾਰਟ ਹੈ। ਥੋੜ੍ਹਾ ਜਿਹਾ ਬੋਰਿੰਗ ਹੋਣਾ, ਮਾਫ ਕਰਨਾ ਜੇ ਬੋਰਿੰਗ ਲੱਗਿਆ ਤਾਂ। ਦੂਜਾ, ਮੈਨੂੰ ਇੰਨਾ ਸਮਝਾਉਣਾ ਵੀ ਨਹੀਂ ਆਉਂਦਾ, ਮੈਂ ਕੋਸ਼ਿਸ਼ ਕਰ ਰਿਹਾ ਕਿ ਉਹ ਸਾਰੇ ਆਪਣੇ ਆਪਣੀ ਨਾਂ ਲਈ ਜਾਂਦੇ। ਟਰੀ ਨਹੀਂ ਮੰਨਦਾ ਕੋਈ ਵੀ ਮੈਂ ਟਰੀ ਹਾਂ ਜਾਂ ਅਸੀਂ ਟਰੀ ਹਾਂ। ਫਿਰ ਕੀ ਹੋਇਆ, ਇੱਕ ਦਿਨ ਮੀਂਹ ਪੈਂਦਾ, ਪਾਣੀ ਖੜ ਜਾਂਦਾ ਉਸ ਦਰਖਤ ਦੇ ਹੇਠਾਂ, ਤਾਂ ਉਹ ਦਰਖਤ ਦਾ ਪੂਰਾ ਪਰਛਾਵਾਂ ਦਿਸਦਾ ਉਹਨਾਂ ਨੂੰ। ਤਾਂ ਫਿਰ ਉਹ ਸਾਰੇ ਰਾਜੀ ਹੋ ਜਾਂਦੇ, ਕਹਿੰਦੇ ਉਹ ਦੇਖੋ ਆਹ ਟਰੀ ਆ। ਠੀਕ ਹੈ, ਸਾਰੇ ਕਹਿੰਦੇ ਯਾ ਇਹ ਟਰੀ ਆ। ਫਿਰ ਜਿਹੜਾ ਪੱਤਾ ਆ ਉਹ ਵੀ ਕਹਿੰਦਾ ਯਾ ਮੈਂ ਵੀ ਉਹਦੇ ਵਿੱਚ ਆ। ਜਿਹੜਾ ਫੁੱਲ ਆ ਉਹ ਕਹਿੰਦਾ ਯਾ ਮੈਂ ਵੀ ਉਹਦੇ ਵਿੱਚ ਹੀ ਆ, ਹੈ ਨਾ। ਫਲ ਕਹਿੰਦਾ ਮੈਂ ਵੀ ਵਿੱਚ ਹੀ ਆ। ਇੱਦਾਂ ਵਾਹਿਗੁਰੂ ਜਿਹੜਾ ਸਾਰਾ ਕੁਛ ਹੈ ਨਾ, ਉਹਦੇ ਵਿੱਚ ਅਸੀਂ ਵੀ ਹੈਗੇ ਆ। ਅਸੀਂ ਵੀ ਵੀ ਆਰ ਦਾ ਪਾਰਟ ਆਫ ਦਾ ਗॉड। ਜਿਹੜੀ ਹੈਗੀ ਆ ਸਾਡੀ ਸੋਲ, ਆਤਮਾ ਵਾਸਦ ਵਸਿਆ ਜੇ ਕੋ ਜਾਣੇ ਪਿਓ, ਹਾਂ ਗੁਰ ਇਹ ਭੇਦ ਬਤਾਵੇ। ਗੁਰੂ ਬਹੁਤ ਸਾਰੇ ਸੀਕਰਟ ਇਹੋ ਜਿਹੇ ਦੱਸਦੇ ਆ ਗੁਰਬਾਣੀ 'ਚ, ਜਿਹੜੇ ਕਿਸੇ ਨੇ ਨਹੀਂ ਕਦੀ ਦੱਸੇ। ਔਰ ਉਹ ਇੰਨੇ ਯੂਜ਼ਫੁੱਲ ਆ, ਇੰਨੇ ਤੁਹਾਡੀ ਲਾਈਫ ਨੂੰ ਵਧੀਆ ਬਣਾਉਣ ਵਾਲੇ ਆ। ਜਿਹੜਾ ਵਨਨੈਸ ਉਹਨਾਂ ਵਿੱਚੋਂ ਇੱਕ ਆ, ਇੱਕ ਓਂਕਾਰ ਇੱਕ ਆ, ਉਹਦੇ ਵਿੱਚੋਂ ਬਹੁਤ ਲਾਈਫ ਨੂੰ ਸੋਹਣੀ ਬਣਾ ਦੇਗਾ ਔਰ ਬਹੁਤ ਸਾਰੇ ਝਗੜੇ ਮਿਟਾ ਦੇਗਾ, ਬੜਾ ਕੁਛ ਕਲੀਨ ਕਰ ਦੇਗਾ। ਠੀਕ ਹੈ, ਇਹਦੇ ਵਿੱਚ ਕੀ ਮੰਨਿਆ ਕਿ ਜਿਹੜੀ ਆਤਮਾਵਾਂ ਆ ਉਹ ਪਰਮਾਤਮਾ ਹੀ ਆ। ਠੀਕ ਹੈ, ਔਰ ਤੁਸੀਂ ਸਾਰਿਆਂ ਆਤਮਾ ਆਪਾਂ ਮੰਨਦੇ ਨਹੀਂ ਕਿ ਅਸੀਂ ਆਤਮਾ ਆ, ਅਸੀਂ ਸਰੀਰ ਮੰਨਦੇ ਹੁੰਦੇ ਹਾਂ, ਪਰ ਆਪਾਂ ਕੀ ਆ? ਆਤਮਾ ਦਾ ਜੇ ਆਪਾਂ ਨਾਂ ਰੱਖ ਲਈਏ ਏ, ਫਿਰ ਤੁਸੀਂ ਵੀ ਏ ਆ, ਤੁਸੀਂ ਵੀ ਏ ਆ, ਤੁਸੀਂ ਵੀ ਏ, ਸਾਰੇ ਏ ਹੀ ਆ। ਜੇ ਮੰਨ ਲਈਏ, ਐਬਜ਼ਰਵੇਸ਼ਨ ਕਰ ਲਈਏ, ਤਾਂ ਫਿਰ ਏ ਇਜ਼ ਇਕੁਅਲ ਟੂ ਏ। ਤੁਸੀਂ ਸਾਰੇ ਹੀ ਇੱਕ ਦੇ ਬਰਾਬਰ ਹੀ ਆ, ਜਿੱਦਾਂ ਇੱਕੋ ਚੀਜ਼ ਹੀ ਆ। ਤੁਸੀਂ ਸਾਰੇ ਏ ਹੀ ਆ, ਮਤਲਬ ਜੇ ਏ ਪਰਮਾਤਮਾ ਆ ਤਾਂ ਤੁਸੀਂ ਸਾਰੇ ਪਰਮਾਤਮਾ ਹੀ ਆ। ਪਰ ਕਿੱਥੇ ਪ੍ਰੋਬਲਮ ਕਿੱਥੇ ਆਈ ਹੋਈ ਆ ਹੁਣ, ਕਿ ਅਸੀਂ ਉਹ ਤੋਂ ਭਿੰਨ ਕਿੱਦਾਂ ਹੋਏ ਆ ਅਤੇ ਉਹਦੇ ਵਿੱਚ ਜਾਣਾ ਕਿੱਦਾਂ ਹੈ। ਠੀਕ ਹੈ, ਭਿੰਨ ਕਰਨ ਲਈ ਮਹਾਰਾਜ ਨੇ ਸਾਡੇ ਨਾਲ ਇੱਕ ਖੇਡ ਖੇਡੀ ਆ ਕਿ ਸਾਡੇ ਜੰਮਦਿਆਂ ਸਾਰੀ ਸਾਡੇ ਵਿੱਚ ਕੀ ਪਾ ਦਿੱਤੀ ਆ? ਹਉਮੈ, ਮਾਇਆ, ਹਉਮੈ ਕੀ ਕਹਿੰਦੀ ਆ ਕਿ ਆਈ ਐਮ ਸਮਥਿੰਗ ਡਿਫਰੈਂਟ, ਹੀ ਇਜ਼ ਸਮਥਿੰਗ ਡਿਫਰੈਂਟ ਐਂਡ ਗੋਡ ਇਜ਼ ਸਮਥਿੰਗ ਡਿਫਰੈਂਟ ਐਂਡ ਵੀ ਡੋਂਟ ਨੋ ਇਫ ਦੇਰ ਇਜ਼ ਅ ਗੋਡ ਔਰ ਨੋਟ। ਅਸੀਂ ਤਾਂ ਹੈਗੇ ਆ, ਰੱਬ ਦਾ ਨਹੀਂ ਪਤਾ ਕੀ ਹੈਗਾ ਨਹੀਂ ਹੈਗਾ। ਅਤੇ ਜੇ ਹੈਗਾ ਵੀ ਆ ਤਾਂ ਉਹ ਸਾਡੇ ਤੋਂ ਭਿੰਨ ਆ, ਮਤਲਬ ਕਿ ਸਾਡੇ ਵਿੱਚ ਨਹੀਂ ਹੈ, ਸਾਡੇ ਨਾਲ ਉਹਦਾ ਲਿੰਕ ਨਹੀਂ ਹੈਗਾ। ਅਤੇ ਉਹ ਇੱਕ ਵੱਖਰੀ ਚੀਜ਼ ਆ, ਅਸੀਂ ਇੱਕ ਵੱਖਰੀ ਚੀਜ਼। ਤਾਂ ਜਿਹੜਾ ਹੁਣ ਹਉਮੈ ਤਾਂ ਪਾ ਦਿੱਤੀ ਮਹਾਰਾਜ ਨੇ, ਸਾਨੂੰ ਭਿੰਨ ਕਰ ਦਿੱਤਾ, ਵੱਖ ਕਰ ਦਿੱਤਾ, ਅਤੇ ਕਿੰਨੇ ਯੁਗਾਂ ਤੋਂ ਹੀ ਭਿੰਨ ਹੀ ਚੱਲੀ ਜਾਂਦੇ। ਠੀਕ ਹੈ, ਹੁਣ ਆਖਰਕਾਰ ਮਹਾਰਾਜ ਨੂੰ ਦਇਆ ਆਈ, ਉਹਨਾਂ ਨੇ ਮਿਲਣਾ ਸੀ ਵਾਪਸ, ਅਤੇ ਉਹਨਾਂ ਕਿਹਾ ਕਿ ਇਹਦੀ ਹਉਮੈ ਦੂਰ ਹੋ ਗਈ ਤਾਂ ਹੀ ਇਹਨਾਂ ਨੇ ਮਿਲਣਾ। ਅਤੇ ਹਉਮੈ, ਫਿਰ ਆਇਆ ਕੁਐਸਚਨ ਕਿ ਹਉਮੈ ਦੂਰ ਇਹਨਾਂ ਦੀ ਕਿੱਦਾਂ ਹੋਵੇ। ਫਿਰ ਭਾਈ ਗੁਰਦਾਸ ਜੀ ਕਹਿੰਦੇ ਕਿ ਵਾਹਿਗੁਰੂ ਗੁਰਮੰਤਰ ਹੈ ਜਪ ਹਉਮੈ ਖੋਈ। ਹਉਮੈ ਨੂੰ ਦੂਰ ਕਰਨ ਲਈ ਇੱਕ ਚੀਜ਼ ਬਣਾਤੀ, ਗੁਰਮੰਤਰ। ਠੀਕ ਹੈ, ਜੇ ਇਹਨਾਂ ਨੇ ਹਉਮੈ ਖੋਣੀ ਆ, ਹਉਮੈ ਛੱਡਣੀ ਆ, ਤਾਂ ਉਸ ਚੀਜ਼ ਨਾਲ ਵਨਨੈਸ ਹੋਣਾ ਆ, ਤਾਂ ਹਉਮੈ ਛੱਡਣੀ ਪਏਗੀ ਇਹਨਾਂ ਨੂੰ। ਹਉਮੈ ਜੇ ਆਪਾਂ ਆਪਣੇ ਆਪ ਛੱਡਣਾ ਚਾਹੀਏ, ਨਹੀਂ ਛੱਡ ਸਕਦੇ। ਮੈਂ ਕਿੰਨੀ ਵੀ ਕੋਸ਼ਿਸ਼ ਕਰਾਂ ਕਿ ਮੈਂ ਕਹਾਂ ਮੈਂ ਤਾਂ ਕੁਛ ਵੀ ਹੈ ਨਹੀਂ, ਇੱਦਾਂ ਗੱਲ ਬਣਨੀ ਨਹੀਂ। ਮੈਂ ਫਿਰ ਵੀ ਰਹਿਣਾ ਹੀ ਰਹਿਣਾ ਆ। ਜਦੋਂ ਮੈਂ ਕਹਿੰਦਾ ਮੈਂ ਕੁਛ ਨਹੀਂ, ਆਲਰੇਡੀ ਮੈਂ ਕਹਿ ਰਿਹਾ ਹਾਂ ਕਿ ਮੈਂ ਕੁਛ ਹੈਗਾ। ਜਦੋਂ ਮੈਂ ਸ਼ਬਦ ਵਰਤ ਰਿਹਾ, ਇਹ ਸਿੱਧਾ ਹੀ ਕਹਿ ਰਿਹਾ ਕਿ ਮੈਂ ਹੈਗਾ ਹਾਲੇ। ਤਾਂ ਜਦ ਤੱਕ ਮੈਂ ਹੈਗੀ ਆ, ਤਦ ਤੱਕ ਤੂੰ ਨਹੀਂ। ਜਿੱਥੇ ਹੋਂ ਆ ਉੱਥੇ ਉਹ ਹੈ ਨਹੀਂਗਾ। ਠੀਕ ਹੈ, ਜਦੋਂ ਇਹ ਹੋਂ ਚੱਲ ਗਈ ਉਦੋਂ ਉਹ ਹੈਗਾ, ਫਿਰ ਹੋਰ ਹੈ ਹੀ ਨਹੀਂ ਕੁਛ ਵੀ। ਤਾਂ ਵਨਨੈਸ ਲਈ
ਹਉਮੈ ਨੂੰ ਘਟਾਉਣਾ ਪਏਗਾ। ਹਉਮੈ ਘਟਾਉਣ ਲਈ ਨਾਮ ਜਪਣਾ ਪਏਗਾ। ਨਾਮ ਜਪਣ ਲਈ ਨਾਮ ਲੈਣਾ ਪਏਗਾ। ਨਾਮ ਕਿੱਥੋਂ ਮਿਲੂਗਾ? ਨਾਮ ਦਾ ਦਾਤਾ ਸਤਿਗੁਰੂ। ਠੀਕ ਹੈ। 9ਵਾਂ ਪਾਤਸ਼ਾਹੀਆਂ ਤੱਕ ਸਤਿਗੁਰੂ ਜੀ ਕੀ ਕਰਦੇ ਸੀਗੇ? ਚਰਨ ਪੌਲ ਦਿੰਦੇ ਸੀਗੇ। ਜਿਹਨੂੰ ਵੀ ਨਾਮ ਦਿੰਦੇ ਸੀਗੇ ਨਾਲ ਕੀ ਦਿੰਦੇ ਸੀ? ਚਰਨ ਪੌਲ। 10ਵੇਂ ਪਾਤਸ਼ਾਹੀਆਂ ਨੇ ਇੱਕ ਬਹੁਤ ਸੋਹਣਾ ਕਾਰਜ ਕਰ ਦਿੱਤਾ। ਹਾਂਜੀ, ਚਰਨ ਪੌਲ ਮਹਾਰਾਜ ਦੇ ਨਾ ਚਰਨਾਂ ਵਿੱਚ, ਹੱਥਾਂ ਦੇ, ਨੇਤਰਾਂ 'ਚ, ਜ਼ੁਬਾਨ 'ਚ ਅੰਮ੍ਰਿਤ ਹਰ ਵੇਲੇ ਚੋਂਦਾ ਵਰਸਦਾ ਆ। ਅਤੇ ਉਦੋਂ ਕੀ ਕੀਤਾ ਸੀ? ਮਹਾਰਾਜ ਦੇ ਚਰਨਾਂ ਦੇ ਉੱਤੇ ਹੇਠਾਂ ਇੱਕ ਬੌਲ ਰੱਖ ਲਿਆ ਜਾਂਦਾ ਸੀਗਾ। ਮਹਾਰਾਜ ਦੇ ਅੰਗੂਠੇ 'ਤੇ, ਜਿਹੜਾ ਮੈਂ ਇੱਕ ਪੜ੍ਹਿਆ ਆ ਕਿਸੇ, ਉੱਥੇ ਉਹਨੇ ਇਹ ਡਿਸਕਰਾਈਬ ਕੀਤਾ, ਕਿਸੇ ਮੁਸਲਮਾਨ ਨੇ ਇਹ ਲਿਖੀ ਹੈ, ਇੱਕ ਗੁਰੂ ਨਾਨਕ ਸਾਹਿਬ ਜੀ ਦੇ ਨਾਲ ਰਿਹਾ ਉਹ, ਅਤੇ ਉਹਨੇ ਅੱਖੀ ਦਿੱਥਾ ਵਿਸਥਾਰ ਲਿਖਿਆ। ਕਿਸੇ ਨੂੰ ਪਤਾ ਹੋਵੇ ਉਹਦਾ ਨਾਂ ਕੀ ਆ? ਤਾਜੁਦੀਨ ਸੀ ਉਹਦਾ ਨਾਂ, ਤਾਜੁਦੀਨ ਦੀ ਡਾਇਰੀ। ਕਿਸੇ ਨੇ ਕੋਈ ਜਾਣਦਾ ਇਸ ਬੁੱਕ ਬਾਰੇ? ਤਾਜੁਦੀਨ ਦੀ ਡਾਇਰੀ। ਉਹ ਹਾਂਜੀ, ਹਾਂ, ਉਹਨੇ ਕੀ ਕੀਤਾ ਕਿ ਐਵਰੀ ਡੇ ਦਾ ਹਾਲ, ਡਾਇਰੀ ਮਤਲਬ ਕਿ ਅੱਜ ਗੁਰੂ ਸਾਹਿਬ ਜੀ ਇੱਥੇ ਗਏ, ਅੱਜ ਗੁਰੂ ਨਾਨਕ ਦੇਵ ਜੀ ਨੇ ਆਹ ਕੀਤਾ, ਅੱਜ ਗੁਰੂ ਨਾਨਕ ਦੇਵ ਜੀ ਨੇ ਆਹ ਕੀਤਾ। ਅਤੇ ਫਿਰ ਉੱਥੇ ਉਹਨਾਂ ਨੇ ਉਹਦੇ ਵਿੱਚ ਲਿਖਿਆ, ਕਿਸੇ ਨੂੰ ਸਿੱਖ ਬਣਾਉਣਾ ਸੀਗਾ, ਅਤੇ ਉਹ ਕਹਿੰਦਾ ਕਿ ਮਹਾਰਾਜ ਮੈਨੂੰ ਸਿੱਖ ਬਣਾਓ। ਪਹਿਲਾਂ ਤਾਂ ਮਹਾਰਾਜ ਉਹਨੂੰ ਨਾ ਕਰਦੇ ਰਿਹਾ, ਫਿਰ ਉਹ ਬਹੁਤ ਖੜੇ ਪਿਆ ਰਿਹਾ, ਤਾਂ ਮਹਾਰਾਜ ਨੇ ਉਹਨੂੰ ਚਰਨ ਪੌਲ ਦਿੱਤੀ। ਉਹ ਲਿਖਦਾ ਕਿ ਹੇਠਾਂ ਬੌਲ ਲਿਆ, ਮਹਾਰਾਜ ਦੇ ਅੰਗੂਠੇ ਉੱਤੇ ਉਹਨਾਂ ਉੱਤੋਂ ਧਾਰ ਪਾ ਕੇ ਜਲ ਪਾਇਆ, ਤਾਂ ਉਹਦੇ ਜਿਹੜੇ ਅੰਮ੍ਰਿਤ ਛਕਣਾ ਸੀਗਾ, ਪੌਲ ਲੈਣੀ ਸੀਗੀ, ਉਹਨੂੰ ਲੱਗਿਆ ਕਿ ਮਹਾਰਾਜ ਦੇ ਅੰਗੂਠੇ ਦੇ ਵਿੱਚ ਅੰਮ੍ਰਿਤ ਆ, ਜਿੱਦਾਂ ਕੋਈ ਮਿਸ਼ਰੀ ਆ, ਖੰਡ ਆ, ਤਾਂ ਉਹ ਪਾਣੀ ਵਿੱਚੋਂ ਘੋਲ ਕੇ ਤਾਂ ਹੇਠਾਂ ਪਾਣੀ ਮਿੱਠਾ ਹੋਊਗਾ। ਕਹਿੰਦਾ ਕਿਉਂ ਨਾ ਜੇ ਮੈਂ ਮਹਾਰਾਜ ਦਾ ਅੰਗੂਠਾ ਹੀ ਚੂਸ ਲਵਾਂ ਤਾਂ ਮੈਨੂੰ ਜ਼ਿਆਦਾ ਮਿਲ ਜਾਊਗੀ ਚੀਜ਼। ਉਹਨੇ ਕੀ ਕੀਤਾ ਕਿ ਮਹਾਰਾਜ ਦਾ ਅੰਗੂਠਾ ਮੂੰਹ 'ਚ ਪਾ ਕੇ ਚੂਸਣ ਲੱਗ ਪਿਆ। ਜਦੋਂ ਹੀ ਪਾਇਆ ਤਾਂ ਉਹ ਧੜਮ ਦੇਣੀ ਡਿੱਗ ਪਿਆ। ਅਤੇ ਕਹਿੰਦਾ ਮੈਂ ਉੱਥੇ ਕੋਲ ਖੜਾ ਸੀਗਾ, ਮੈਂ ਚੱਕਣ ਦੀ ਕੋਸ਼ਿਸ਼ ਕੀਤੀ, ਅਤੇ ਕਹਿੰਦਾ ਗੁਰੂ ਸਾਹਿਬ ਕਹਿੰਦੇ ਰਹਿਣ ਦਿਓ, ਇਸ ਨੂੰ ਆਨੰਦ ਲੈਣ ਦਿਓ। ਉਹਨੇ ਉੱਥੇ ਲਿਖਿਆ ਇੱਦਾਂ। ਤਾਂ ਇਹਦਾ ਮਤਲਬ ਕਿ ਜਿਹੜੀ ਚਰਨ ਪੌਲ ਸੀ, ਉਹ ਗੁਰੂ ਸਾਹਿਬ ਦੇ ਚਰਨਾਂ ਦੇ ਨਾਲ ਪਾਣੀ ਜਲ ਲੈ ਕੇ ਅਤੇ ਉਹ ਦਿੱਤਾ ਜਾਂਦਾ ਸੀਗਾ, ਚਰਨ ਧੋਏ ਕੇ। ਅਤੇ ਅੱਜ ਕੱਲ੍ਹ ਕੀ ਉਹਦੀ ਜਗ੍ਹਾ 'ਤੇ ਹੈ? ਖੰਡੇ ਦੀ ਪੌਲ। ਖੰਡੇ ਦੀ ਪੌਲ ਦੱਸੂਗਾ ਕੋਈ ਕੀ ਹੁੰਦਾ? ਹਾਂਜੀ, ਅੰਮ੍ਰਿਤ ਦੀ ਦਾਤ, ਖੰਡੇ ਦੀ ਪੌਲ, ਖੰਡੇ 'ਚੋਂ ਮਿਲਦੀ, ਖੰਡੇ ਬਾਟੇ ਦਾ ਅੰਮ੍ਰਿਤ ਵਿੱਚ ਪਤਾਸੇ ਪਾ ਕੇ। ਇਹ ਸਾਡੇ ਜੀਵਨ ਦਾ ਪਰਪਸ ਹੈਗਾ ਆ। ਜਿਹਨੇ ਅਜੇ ਤੱਕ ਇਹ ਖੰਡੇ ਦੀ ਪੌਲ ਨਹੀਂ ਲਈ, ਉਹ ਜ਼ਰੂਰ ਲਵੇ। ਇਸ ਤੋਂ ਬਿਨਾਂ ਸਾਡੀ ਲਾਈਫ ਦਾ ਪਰਪਸ ਨਹੀਂ ਹੋਣਾ ਸੋਲਵ। ਇੱਕ ਗੁਰੂ ਸਾਹਿਬ ਜੀ ਨੇ ਇੱਕ ਬਚਨ ਕਹੇ, ਕਹਿੰਦੇ ਜਿਸ ਜਲ ਨਿਧ ਕਾਰਨ ਤੁਮ ਜਗ ਆਏ, ਜਿਸ ਜਲ ਨਿਧ ਕਾਰਨ ਤੁਮ ਜਗ ਆਏ, ਸੋ ਅੰਮ੍ਰਿਤ ਗੁਰ ਪਾਹੀ ਜੀ। ਤੁਸੀਂ ਜੱਗ ਵਿੱਚ ਕਾਹਤੋਂ ਆਏ? ਤੁਸੀਂ ਇੱਕ ਜਲ ਨਿਧ ਦੇ ਵਾਸਤੇ ਆਏ। ਜਲ ਨਿਧ ਕੀ? ਅੰਮ੍ਰਿਤ। ਇੱਕ ਨਿਧੀਆਂ ਸਿੱਧੀਆਂ ਵਾਲਾ ਜਲ, ਜੋ ਕਿ ਜਿਹਨੂੰ ਅੰਮ੍ਰਿਤ ਕਹਿੰਦੇ। ਜਿਸ ਜਲ ਨਿਧ ਕਾਰਨ ਤੁਮ ਜਗ ਆਏ, ਸੋ ਅੰਮ੍ਰਿਤ ਗੁਰ ਪਾਹੀ ਜੀ। ਉਹ ਜਲ ਅੰਮ੍ਰਿਤ ਕਿੱਥੋਂ ਮਿਲਦਾ? ਗੁਰੂ ਸਾਹਿਬ ਕੋਲੋਂ। ਤੁਸੀਂ ਜਿਸ ਕੰਮ ਲਈ ਆਏ ਆ ਉਹ ਤੁਸੀਂ ਕਰ ਲੈਣਾ ਚਾਹੀਦਾ। ਜਲਦੀ ਜਲ ਨਿਧ ਉਹ ਲੈ ਲੈਣਾ ਚਾਹੀਦਾ। ਪਤਾ ਨਹੀਂ ਕਿਹੜੇ ਵੇਲੇ ਟਾਈਮ ਮੁੜ ਕੇ ਲੱਗੇ ਨਾ ਲੱਗੇ। ਠੀਕ ਹੈ। ਉਹ ਦੇਖਿਆ ਬੀਬੀ ਮੁੜ ਕੇ ਮੋਰਚਾ ਲਾ ਕੇ ਬਹਿ ਗਈ ਸੀਗੀ, ਐਂਟਰੀ ਨਹੀਂ ਹੋਣ ਦਿੱਤਾ ਉੱਪਰ ਸੱਚਖੰਡ 'ਚ, ਕਿ ਜਲ ਨਦ ਹੀ ਨਹੀਂ ਹੈਗਾ, ਅੰਮ੍ਰਿਤ ਹੀ ਨਹੀਂ ਛਕਿਆ ਸੀ ਉਹਨੇ। ਇਸ ਕਰਕੇ ਜੇ ਤੁਸੀਂ ਇਸ ਵਾਰੀ ਵਿੱਚ ਰਹਿ ਗਏ, ਨਹੀਂ ਲੈ ਸਕੇ, ਫਿਰ ਦੁਬਾਰਾ ਆਓਗੇ 84 ਲੱਖ ਜੂਨ ਭੋਗ ਕੇ। ਬੜਾ ਲੰਬਾ ਫੇਰ ਪੈ ਜਾਏਗਾ। ਔਰ ਉਹਨਾਂ 84 ਲੱਖ ਜੂਨਾਂ ਦਾ ਜਿਹੜਾ ਦੁੱਖ ਹੈ, ਯੂ ਕੈਨਟ ਇਮੈਜਨ, ਅਸੀਂ ਵੀ ਨਹੀਂ ਇਮੈਜਨ ਕਰ ਸਕਦੇ, ਕਿਉਂਕਿ ਸਾਨੂੰ ਪਤਾ ਹੀ ਨਹੀਂ ਕਿ ਹੈਗਾ ਵੀ ਸੀ ਦੁੱਖ ਕਿ ਨਹੀਂ। ਇੱਕ ਗੁਰਸਿੱਖ ਨੂੰ ਸੋਝੀ ਹੋ ਗਈ, ਉਹਨੇ ਆਪਣੇ ਪਿਛਲੇ ਜਨਮ ਦੇਖ ਲਏ। ਜਿੱਦਾਂ ਦੇਖਿਆ ਕਰੇ ਉੱਦਾਂ ਹੀ ਰੋਇਆ ਕਰੇ ਉਹ ਆਪਣੇ ਜਨਮਾਂ ਨੂੰ ਦੇਖ ਦੇਖ ਕੇ। ਅਤੇ ਪੁੱਛਣ ਵਾਲੇ ਪੁੱਛੇ, ਕਹਿੰਦੇ ਕਿ ਕੀ ਹੈ? ਕਹਿੰਦਾ ਜਦੋਂ ਮੈਂ ਉਹ ਦੁੱਖ ਦੇਖਦਾ ਮੈਨੂੰ ਹਜੇ ਵੀ ਉਨਾ ਹੀ ਦੁੱਖ ਲੱਗਦਾ। ਜਿਹੜੇ ਕਹਿੰਦੇ ਇੱਕ ਵਾਰੀ ਕੀ ਹੋਇਆ ਮੇਰੇ, ਕਹਿੰਦਾ ਕਿ ਕੇਰਲੀ ਦਾ ਜੂਨ ਵਿੱਚ ਸੀਗਾ। ਕੇਰਲੀ ਜਾਣਦੇ? ਲਿਜ਼ਰਡ, ਠੀਕ ਹੈ।
ਉਹਦੇ ਜੂਨ ਵਿੱਚ ਸੀਗਾ ਅਤੇ ਉਹ ਮਾਰੂਥਲ ਵਿੱਚ ਜਾ ਰਿਹਾ, ਘੋੜਿਆਂ ਦੀ ਉਹ ਆਈ, ਘੋੜਿਆਂ ਦੇ ਗਰੁੱਪ। ਇੱਕ ਘੋੜੇ ਨੇ ਕੀ ਕੀਤਾ, ਉਹਦੇ 'ਤੇ ਲੱਤ ਰੱਖੀ, ਆਪਣਾ ਖੁਰ ਰੱਖ ਦਿੱਤਾ, ਉਹ ਅੱਧਾ ਕੱਟ ਹੋ ਗਿਆ ਉਹਦਾ ਪਿਛਲਾ ਪਾਸਾ ਲਿਜ਼ਰਡ ਦਾ। ਉਹ ਦੁੱਖ ਯਾਦ ਕਰਕੇ ਰੋਣ ਲੱਗ ਪਿਆ, ਕਹਿੰਦਾ ਮੈਨੂੰ ਹੀ ਪਤਾ ਮੈਂ ਕਿੱਦਾਂ ਕੱਢਿਆ ਜੀਵਨ, ਹੈ ਨਾ। ਮਤਲਬ ਕਿ ਜਿਹਨੇ ਕੋਈ ਅਹਿਸਾਸ ਹੋ ਜਾਵੇ, ਉਹਨੂੰ ਫੀਲ ਕਰ ਸਕਦਾ ਕਿ ਇੱਕ ਜਨਮ ਦਾ ਹੀ ਨਹੀਂ ਦੁੱਖ ਮੁੱਕਦਾ, ਤਾਂ ਮੈਂ 84 ਲੱਖ ਜਨਮਾਂ ਦਾ ਦੁੱਖ ਕਿੰਨਾ ਕੁ ਭੋਗਿਆ ਹੋਊ ਜਾਂ ਭੋਗੂੰਗਾ। ਬਟ ਦਿਸ ਇਜ਼ ਦਾ ਟਾਈਮ ਕਿ ਇਹਨੂੰ ਜਾਣਨਾ ਦਿਓ, ਮੁੜ ਕੇ ਨਾ ਉਹ ਸਰਕਲ 'ਚ ਪੈਣ ਦਿਓ। ਬਹੁਤ ਸੌਖਾ ਦੇ ਦਿੱਤਾ ਮਹਾਰਾਜ ਨੇ ਅੰਮ੍ਰਿਤ। ਸੁਰ ਨਰ ਮੁਨ ਜਨ ਤਰਸਦੇ ਹੀ ਰਹਿ ਗਏ ਵਿਚਾਰੇ। ਕਿੱਡੀਆਂ ਕਿੱਡੀਆਂ ਭਗਤੀਆਂ, ਕਿੱਡੇ ਕਿੱਡੇ ਲੈਵਲ ਉਹਨਾਂ ਦੇ। ਸੁਰ ਨਰ ਮੁਨ ਜਨ ਸੋ ਅੰਮ੍ਰਿਤ, ਹਾਂਜੀ। ਅਤੇ ਉਹ ਚੀਜ਼ ਆਪਾਂ ਨੂੰ ਗੁਰੂ ਦੇ ਘਰੋਂ ਮਿਲ ਜਾਂਦੀ ਆ, ਤਾਂ ਆਪਾਂ ਜਿੰਨਾ ਵੀ ਹੋਵੇ ਇਹ ਚੀਜ਼ ਲੈ ਲੈਣੀ ਚਾਹੀਦੀ ਆ। ਤਾਂ ਕਿਸੇ ਦਾ ਕੁਐਸਚਨ ਹੈ ਉਹ ਕਰ ਲਓ ਹੁਣ। ਵਨਨੈਸ 'ਤੇ ਮੇਰੀ ਕਲੀਅਰ ਹੋ ਗਈ ਕਿ ਉੱਤੇ ਰਹਿ ਗਈ ਕੋਈ ਗੱਲ? ਵਨਨੈਸ ਦਾ ਸੀਗਾ ਕਿ ਤੁਸੀਂ ਹੀ ਦੂਜਾ ਪਰਸਨ ਹੋ। ਇੱਕ ਤੁਕ ਮਹਾਰਾਜ ਦੀ ਆਈ, ਬਹੁਤ ਵੱਡਾ ਭੇਦ ਵਿੱਚ ਦੱਸ ਦਿੱਤਾ ਜੇ ਕੋਈ ਉਹਨੂੰ ਸਮਝ ਜਾਵੇ ਤਾਂ। ਉਹ ਹੈਗੀ ਤੁਕ, ਸੋਈ ਫਿਰਕੈ ਤੂੰ ਭਇਆ ਜਾ ਕੋ ਕਹਿਤਾ ਔਰ। ਸੋਈ ਫਿਰਕੈ ਤੂੰ ਭਇਆ ਜਾ ਕੋ ਕਹਿਤਾ ਔਰ। ਇਹਦਾ ਮੀਨਿੰਗ ਕੋਈ ਦੱਸੂ ਕੀ ਇਹਦਾ ਮਤਲਬ ਕੀ ਹੋਇਆ? ਇਹਦਾ ਮਤਲਬ ਹੈ ਕਿ ਜਦੋਂ ਤੂੰ ਵਨਨੈਸ ਵਿੱਚ ਸਰੀਰ ਛੱਡ ਦੇਣਾ ਆ, ਤੈਨੂੰ ਤਾਂ ਪਤਾ ਲੱਗਣਾ ਕਿ ਜਿਹਨੂੰ ਤੂੰ ਕੁਛ ਹੋਰ ਸਮਝਦਾ ਸੀ ਸੋਲ, ਉਹ ਸੋਲ ਸਾਰਿਆਂ 'ਚ ਜਿਹਨੂੰ ਤੂੰ ਹੋਰ ਵੱਖਰਾ ਮੰਨਦਾ ਸੀਗਾ, ਜਾਕੋ ਕਹਿਤਾ ਔਰ। ਆਪਾਂ ਗਏ ਕਿਸੇ ਨੂੰ ਦੁਸ਼ਮਣ ਕਹਿੰਦੇ, ਕਿਸੇ ਨੂੰ ਉਹ ਕਹਿੰਦੇ, ਕਿਸੇ ਨੂੰ ਉਹ ਕਹਿੰਦੇ ਆ। ਅਸਲ ਵਿੱਚ ਅਸੀਂ ਹੀ ਹਾਂ ਉਹ। ਦੇਰ ਇਜ਼ ਨੋ ਡਿਫਰੈਂਟ ਪਰਸਨ। ਸਾਰੇ ਇੱਕੋ ਹੀ ਆ, ਇੱਕ ਹੀ ਜੋਤ ਆ, ਇੱਕੋ ਹੀ ਜੋਤ ਭਿੰਨ ਭਿੰਨ ਹੋ ਕੇ ਵਰਤ ਰਹੀ ਆ, ਉਹੋ ਹੀ ਮਹਾਜੋਤ ਆ। ਅਤੇ ਉਹ ਫਿਰ ਕੀ ਆ ਕਿ ਜੇ ਅਸੀਂ ਕਿਸੇ ਹੋਰ ਨੂੰ ਦੁੱਖ ਦਿੰਦੇ ਆ, ਇਹਦਾ ਮੀਨਿੰਗ ਕੀ ਆ? ਇਹਦਾ ਮੀਨਿੰਗ ਇਹ ਆ ਕਿ ਅਸੀਂ ਆਪਣੇ ਆਪ ਨੂੰ ਹੀ ਦੁੱਖ ਦਿੰਦੇ ਹਾਂ। ਜੇ ਕਿਸੇ ਨੂੰ ਅਸੀਂ ਸੁੱਖ ਦਿੰਦੇ ਹਾਂ, ਇਹਦਾ ਕੀ ਮੀਨਿੰਗ ਆ? ਠੀਕ ਹੈ, ਫਿਰ ਆਪਣੇ ਆਪ ਨੂੰ ਸੁੱਖ ਦੇਣਾ ਚਾਹੀਦਾ ਕਿ ਦੁੱਖ? ਜੇ ਆਪਣੇ ਆਪ ਨੂੰ ਸੁੱਖ ਦੇਣਾ, ਕਿ ਦੂਜਿਆਂ ਨੂੰ ਕੀ ਦਿਓ ਫਿਰ? ਆਹ ਫਿਲੋਸਫੀ ਆ ਵਨਨੈਸ ਦੀ। ਕੀ ਫਿਲੋਸਫੀ ਆ? ਕਿ ਕਿਸੇ ਨੂੰ ਦੁੱਖ ਨਾ ਦਿਓ, ਦੁੱਖ ਨਾ ਦੇ ਕਿਸੇ ਜੀ। ਹਾਂਜੀ, ਕੋਟ ਹੈਗਾ ਆ ਕਿ if you can't see God and all procedure, you can't see God at all। ਹਾਂ ਇਹ ਵੀ ਹੈਗਾ, ਇਹ ਵੀ ਹੈਗਾ। ਹੁਣ ਇਸ ਇੱਕ ਓਮਕਾਰ ਦੇ ਇਸ ਫਿਲੋਸਫੀ ਨੂੰ ਲੈ ਸਕਦੇ ਹਾਂ, ਆਪਾਂ ਪੜ੍ਹ ਸਕਦੇ ਹਾਂ ਕਿ ਅਸੀਂ ਹੀ ਸਭ ਕੁਛ ਹਾਂ, ਕੋਈ ਦੂਜਾ ਨਹੀਂ ਹੈਗਾ। ਜਿਹਨੂੰ ਅਸੀਂ ਦੂਜਾ ਸਮਝਦੇ ਹਾਂ ਉਹ ਅਸੀਂ ਹੀ ਹਾਂ। ਜਿਹਨੂੰ ਅਸੀਂ ਦੂਜਾ ਸਮਝਦੇ ਹਾਂ ਉਹ ਕੀ ਆ? ਅਸੀਂ ਖੁਦ ਹੀ ਹਾਂ ਉਹ। ਤਾਂ ਫਿਰ ਦੂਜੇ ਨਾਲ ਕਿੱਦਾਂ ਦਾ ਵਰਤਾਵ ਕਰਨਾ ਚਾਹੀਦਾ? ਬਹੁਤ ਵਧੀਆ, ਸੁੱਖ ਵਾਲਾ। ਸੁੱਖ ਦੀ ਜੇ ਫੋਰ ਐਗਜ਼ਾਮਪਲ ਲਾਈਕ ਇੰਦਰਾ ਗਾਂਧੀ ਵਰਗੇ ਜਾਂ ਹੋਰ ਵੀ ਜਿਹੜੇ ਪੰਥ ਦੇ ਦੁਸ਼ਮਣ ਜਾ ਸਕਦੇ, ਉਹਦਾ ਫਿਰ ਕੀ ਕਹਿੰਦੇ? ਹਾਂ, ਉਹ ਵੈਰੀ ਗੁੱਡ ਕੁਐਸਚਨ ਮੇਰੇ ਕੋਲ ਵੀ ਆਇਆ ਸੀ, ਮੇਰੀ ਸੋਚ ਵਿੱਚ ਵੀ ਆਈ ਸੀ ਇਹ ਗੱਲ ਕਿ ਜਿਹੜੇ ਤੁਹਾਨੂੰ ਮਾਰਨ ਹੀ ਆ ਗਏ, ਜਿਹੜਾ ਵਨਨੈਸ ਦੀ ਨਾ ਇੱਕ ਐਗਜ਼ਾਮਪਲ ਹੈਗੀ ਆ ਭਾਈ ਕਨ੍ਹਈਆ ਜੀ, ਠੀਕ ਹੈ। ਉਹਨਾਂ ਨੇ ਸਾਰਿਆਂ ਦੇ ਵਿੱਚ ਕੀ ਦੇਖਿਆ? ਗੁਰੂ ਸਾਹਿਬ ਹੀ, ਠੀਕ ਹੈ। ਤਾਂ ਉਹ ਉਸ ਅਵਸਥਾ 'ਤੇ ਪਹੁੰਚ ਗਏ। ਆਪਾਂ ਜਿਹੜੀ ਗੱਲ ਕਰਦੇ ਹਾਂ ਅਵਸਥਾ ਆ, ਪਰ ਇਹ ਆਪਾਂ ਨੂੰ ਥਿਊਰੀ ਤਾਂ ਪਤਾ ਹੋਵੇ, ਪ੍ਰੈਕਟੀਕਲ ਤਾਂ ਬਾਅਦ 'ਚ ਜਾਂ ਪਤਾ ਲੱਗ ਜਾਊਗਾ। ਆਪਾਂ ਇਸ ਵੇਲੇ ਜਸਟ ਵਰਲਡ ਦੀ ਥਿਊਰੀ ਕਰ ਰਹੇ ਹਾਂ। ਜੇ ਇਹਨੂੰ ਐਕਸਪੀਰੀਅੰਸ ਕਿਸੇ ਨੇ ਕਰਨਾ ਹੋਵੇ ਤਾਂ ਉਹ ਫਿਰ ਹਉਮੈ ਛੱਡ ਕੇ ਹੀ ਨਾਮ ਜਪ ਕੇ ਹੀ ਆਊਗਾ, ਹੈ ਨਾ। ਤਾਂ ਇਹਨਾਂ ਦਾ ਕੁਐਸਚਨ ਹੈ ਕਿ ਜਿਹੜੇ ਜਿੱਦਾਂ ਇੰਦਰਾ ਗਾਂਧੀ ਆ ਜਾਂ ਹੋਰ ਪੰਥ ਦੇ ਦੁਖੀ ਆ, ਅਤੇ ਅਸੀਂ ਉਹਨੂੰ ਵੀ ਦੁੱਖ ਨਾ ਦਈਏ, ਹੈ ਨਾ। ਤਾਂ ਇੱਥੇ ਆ ਜਾਂਦਾ ਇਹ ਜਿੱਦਾਂ ਗੁਰੂ ਕਲਗੀਧਰ ਪਾਤਸ਼ਾਹ, ਜਿਹੜਾ ਭਾਈ ਕਨ੍ਹਈਆ ਜੀ ਆ, ਗੁਰੂ ਗੋਬਿੰਦ ਸਿੰਘ ਜੀ ਦਾ ਸਿੱਖ ਆ, ਅਦਨਾ ਜਿਹਾ ਸਿੱਖ ਆ। ਜੇ ਉਹਦੇ ਕੋਲ ਸਮਦ੍ਰਿਸ਼ਟੀ ਆ ਤਾਂ ਗੁਰੂ ਕਲਗੀਧਰ ਪਾਤਸ਼ਾਹ ਕੋਲ ਕਿਉਂ ਨਹੀਂ ਹੈ? ਗੁਰੂ ਕਲਗੀਧਰ ਪਾਤਸ਼ਾਹ ਤਾਂ ਸਮਦ੍ਰਿਸ਼ਟੀ ਦੇ ਸੋਮੇ ਆ ਨਾ। ਹੁਣ ਗੁਰੂ ਕਲਗੀਧਰ ਪਾਤਸ਼ਾਹ ਤੀਰ ਮਾਰ ਕੇ ਉਹਨਾਂ ਨਾਲ ਯੁੱਧ ਕਰਦੇ ਆ, ਹੈ ਨਾ।
ਫਿਰ ਇੱਥੇ ਆ ਜਾਏਗਾ ਕਿ ਕੀ ਗੁਰੂ ਕਲਗੀਧਰ ਪਾਤਸ਼ਾਹ ਸਮਦਰਸ਼ੀ ਨਹੀਂ ਹੈ। ਨਹੀਂ, ਇਹ ਗੱਲ ਨਹੀਂ ਹੈਗੀ। ਜਿਹੜਾ ਤੁਸੀਂ ਆ, ਜੇ ਉਹ ਪਰਮਾਤਮਾ ਆ ਤਾਂ ਤੁਸੀਂ ਵੀ ਪਰਮਾਤਮਾ ਹੀ ਆ। ਅੰਡਰਸਟੈਂਡ ਮਾਈ ਪੁਆਇੰਟ? ਕਿ ਜੇ ਆਪਾਂ, ਮੈਂ ਕਹਿੰਦਾ ਕਿ ਤੁਹਾਡੇ ਵਿੱਚ ਵਾਹਿਗੁਰੂ ਹੈ ਜਾਂ ਤੁਸੀਂ ਵਾਹਿਗੁਰੂ ਆ, ਮੈਂ ਤੁਹਾਡਾ ਮਾੜਾ ਨਹੀਂ ਕਰਨਾ, ਤਾਂ ਮੈਂ ਵੀ ਵਾਹਿਗੁਰੂ ਹੀ ਹਾਂ। ਠੀਕ ਹੈ ਨਾ? ਤਾਂ ਉੱਥੇ ਜਦੋਂ ਵਾਹਿਗੁਰੂ ਵਰਸਸ ਵਾਹਿਗੁਰੂ ਆ, ਤਾਂ ਫਿਰ ਉਹ ਕੁਛ ਵੀ ਕਰ ਸਕਦੇ, ਖੇਡ ਹੀ ਆ। ਫਿਰ ਆਪਣਾ ਖੇਡ ਆਪ ਵਰਤੀਜਾ, ਕਰਨੇ ਵਾਲਾ ਤਾਂ ਦੂਜਾ ਕੋਈ ਹੈ ਹੀ ਨਹੀਂ। ਤਾਂ ਇਹ ਜਿਹੜੀ ਖੇਡਾਂ ਸਾਡੇ ਲਈ ਲਿਖੀਆਂ ਹੋਈਆਂ ਮਹਾਰਾਜ ਨੇ, ਉਹ ਅਸੀਂ ਖੇਡਣੀਆਂ ਹੀ ਆ। ਚਾਹੇ ਅਸੀਂ ਇਹ ਵੀ ਕਹਿ ਲਈਏ ਕਿ ਸਾਡੀ ਈਗੋ ਚਲੇ ਵੀ ਜਾਵੇ, ਸਾਡੀ ਹਉਮੈ ਵੀ ਚਲ ਜਾਵੇ, ਤਦ ਵੀ ਜਿਹੜੀ ਮਹਾਰਾਜ ਦੀ ਲਿਖੀ ਹੋਈ ਹੈ ਕਿ ਸਾਡੇ ਲੇਖ ਆ, ਕਹਿੰਦੇ ਸਾਰਿਆਂ ਦੇ ਮੱਥੇ ਤੇ ਲੇਖ ਹੈ, ਇੱਕ ਦੇ ਨਹੀਂ ਹੈਗੇ। ਪਰਮਾਤਮਾ ਦੇ ਆਪਣੇ ਤੇ ਨਹੀਂ ਹੈਗੇ। ਜਿਹਨੇ ਇਹ ਲਿਖੇ ਤੇ ਸਿਰ ਨਾ ਹੈ, ਜਿਹਨੇ ਸਾਰਿਆਂ ਦੇ ਮੱਥੇ ਤੇ ਲਿਖਿਆ ਉਹਦੇ ਤੇ ਆਪਣੇ ਤੇ ਨਹੀਂ ਹੈਗੇ, ਹੈ ਨਾ? ਉਹਨੇ, ਅਸੀਂ ਫਿਰ ਵੀ ਸੋਲਜ਼ ਹੀ ਰਹਿਣਾ, ਚਾਹੇ ਕੁਛ ਵੀ ਹੋ ਜਾਈਏ। ਸਾਡੇ ਸਿਰ ਤੇ ਲੇਖ ਲਿਖੇ ਹੋਏ ਆ, ਉਹ ਲੇਖ ਅਸੀਂ ਭੁਗਤਣੇ ਹੀ ਆ। ਜੇ ਅਸੀਂ ਕਿਸੇ ਨਾਲ ਯੁੱਧ ਕਰਨਾ ਤਾਂ ਕਰਨਾ ਹੀ ਕਰਨਾ, ਜੇ ਕਿਸੇ ਨੂੰ ਅਸੀਂ ਮਾਰਨਾ ਤਾਂ ਮਾਰਨਾ ਹੀ ਮਾਰਨਾ, ਹੈ ਨਾ? ਪਰ ਜਿਹੜੀ ਉਸ ਵੇਲੇ ਵੀ ਜੇ ਸਾਡੀ ਸਮਦ੍ਰਿਸ਼ਟੀ ਆ ਕਿ ਇਹ ਮਹਾਰਾਜ ਦੇ ਖੇਡ ਦੇ ਵਿੱਚ ਅਸੀਂ ਖੇਡ ਰਹੇ ਹਾਂ, ਤਾਂ ਕੋਈ ਦੋਸ਼ ਨਹੀਂ। ਜਿਹੜੇ ਗੁਰੂ ਕੇ ਸਿੱਖ ਸੀਗੇ, ਉਹ ਲੜਾਈ ਯੁੱਧ ਵਿੱਚ ਵੀ ਉਹਨਾਂ ਨੂੰ ਪਤਾ ਸੀਗਾ ਕਿ ਇਹ 'ਚ ਵਾਹਿਗੁਰੂ ਆ, ਪਰ ਉਹਨਾਂ ਨੂੰ ਜਦੋਂ ਗੁਰੂ ਕਲਗੀਧਰ ਪਾਤਸ਼ਾਹ ਦਾ ਹੁਕਮ ਆ ਜਾਂ ਜੁਰਮ ਦਾ ਨਾਸ਼ ਕਰਨਾ ਆ, ਤਾਂ ਉਹਨਾਂ ਨੇ ਉਹ ਕਰਨਾ ਆ। ਉਹ ਕਦੀ ਵੀ ਨਿੱਜੀ ਲੜਾਈ ਨਹੀਂ ਲੜਦੇ ਸੀ ਗੁਰੂ ਦੇ ਸਿੱਖ। ਇੱਕ ਮੈਂ ਕਹਾਣੀ ਸੁਣੀ, ਹੈਰਾਨ ਹੋ ਗਿਆ ਮੈਂ। ਉਹ 'ਚ ਕੀ ਹੋਇਆ ਕਿ ਇੱਕ ਗੁਰਸਿੱਖ ਤੇ ਪਠਾਨ ਲੜਦੇ ਆ ਜੰਗ ਵਿੱਚ, ਅਤੇ ਲੜਦੇ ਜਿਹੜਾ ਪਠਾਨ ਆ ਡਿੱਗ ਪਿਆ, ਅਤੇ ਗੁਰਸਿੱਖ ਹੁਣ ਉਹਦੇ ਲੱਗਾ ਉਹਦੇ ਮਾਰਨ ਕਿਰਪਾਨ, ਹੈ ਨਾ, ਕਿ ਹੁਣ ਕਰ ਦਈਏ ਇਹਦਾ ਪਾਰਾਵਾਰ। ਅਤੇ ਕੀ ਹੋਇਆ ਕਿ ਉਹਨੇ ਨਾ ਹੇਠਾਂ ਥੁੱਕ ਦਿੱਤਾ, ਗੁਰਸਿੱਖ ਦੇ ਮੂੰਹ 'ਤੇ ਥੁੱਕ ਦਿੱਤਾ, ਅਤੇ ਗੁਰੂ ਕੇ ਸਿੱਖ ਨੇ ਕਿਰਪਾਨ ਉੱਥੇ ਹੀ ਰੋਕ ਲਈ, ਰੋਕ ਕੇ ਤਾਂ ਠਾਹ ਕਰ ਲਈ। ਤਾਂ ਉਹ ਹੇਠਾਂ ਗਾਲਾਂ ਕੱਢੇ, ਕਹਿੰਦਾ ਮਾਰ, ਹੁਣ ਕਿਉਂ ਨਹੀਂ ਮਾਰਦਾ, ਹੁਣ ਕਿਉਂ ਨਹੀਂ ਮਾਰਦਾ? ਕਹਿੰਦਾ ਹੁਣ ਪਹਿਲਾਂ ਤਾਂ ਮੈਂ ਧਰਮ ਦਾ ਯੁੱਧ ਲੜਦਾ ਸੀ, ਹੁਣ ਤੂੰ ਮੇਰੇ ਥੁੱਕ ਦਿੱਤਾ, ਹੁਣ ਮੇਰੇ ਤੇਰੇ ਨਾਲ ਨਿੱਜੀ ਬਣ ਗਈ, ਮੈਂ ਨਿੱਜੀ 'ਚ ਨਹੀਂ ਤੈਨੂੰ ਮਾਰਨਾ, ਨਿੱਜੀ ਲੜਾਈ ਹੋ ਗਈ ਤਾਂ ਨਹੀਂ ਮੈਂ ਤੈਨੂੰ ਮਾਰਨਾ। ਆਹ ਸੀਗੀ ਗੁਰਸਿੱਖਾਂ ਦੀ ਸੋਚ ਔਰ ਸਮਦ੍ਰਿਸ਼ਟੀ, ਔਰ ਬਹੁਤ ਵੱਡਾ ਕਰੈਕਟਰ। ਹਾਂਜੀ, ਹੁਣ ਕੁਐਸਚਨ ਕੋਈ? ਜਿੱਦਾਂ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਸੀਗੇ, ਜੰਗ ਲੜਦੇ ਸੀਗੇ, ਰਾਈਟ? ਹਾਂਜੀ। ਫਿਰ ਪੈਂਡੇ ਖਾਨ ਜਦੋਂ ਉਹਨਾਂ ਦੇ ਤੀਰ ਵੱਜ ਗਈ ਸੀਗੀ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ, ਤੇ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਆਪਣੇ ਘੋੜੇ ਤੋਂ ਉੱਤਰ ਕੇ ਉਹਨਾਂ ਦੀ ਬਾਹ ਕੱਢੀ, ਉਹਨਾਂ ਨੇ ਸਨਲਾਈਟ ਬਲੌਕ ਕਰਤੀ, ਛਾਂ ਕੀਤੀ ਸੀ। ਬਿਲਕੁਲ, ਬਹੁਤ ਵੈਰੀ ਗੁੱਡ, ਵੈਰੀ ਗੁੱਡ। ਅਤੇ ਆਹ ਆ ਗੁਰੂ ਸਾਹਿਬ ਦੀ ਸਮਦ੍ਰਿਸ਼ਟੀ, ਹੈ ਨਾ? ਉਹਨੂੰ ਮਹਾਰਾਜ ਤਾਂ ਜਿਹਨੂੰ ਮਾਰਦੇ ਉਹਦਾ ਜ਼ਿਆਦਾ ਹੀ ਪਾਰ ਉਤਾਰਾ ਹੋ ਜਾਂਦਾ। ਜਦੋਂ ਗੁਰੂ ਸਾਹਿਬ ਦਾ ਤੀਰ ਛੁੱਹ ਜਾਂਦਾ ਸੀ ਨਾ, ਉਹ ਮੁਕਤ ਹੋ ਜਾਂਦਾ ਸੀਗਾ। ਮੈਨੂੰ ਤਾਂ ਲੱਗਦਾ ਬੜੇ ਭਾਗਾਂ ਵਾਲੇ ਸੀਗੇ ਜਿਨ੍ਹਾਂ ਨੂੰ ਗੁਰੂ ਮਹਾਰਾਜ ਦੇ ਤੀਰ ਛੁੱਹ ਗਏ, ਬੜੇ ਸੌਖੇ ਹੀ ਮੁਕਤੀ ਪਾ ਗਏ। ਨਾ ਕੁਛ ਕੀਤਾ, ਨਾ ਵਾਸਤਾ, ਨਾ ਘਾਲਣਾ, ਨਾ ਕੁਛ ਵੀ। ਗੁਰੂ ਸਾਹਿਬ ਦੀ ਜਿਹੜੀ ਫਿਲਾਸਫੀ ਆ ਉਹ ਡਿਫਰੈਂਟ ਹੈ, ਉਹ ਲੜਾਈ ਵਾਲੀ ਨਹੀਂ, ਈਰਖਾ ਵਾਲੀ ਨਹੀਂ, ਇੱਦਾਂ ਦੀ ਨਹੀਂ ਹੈਗੀ। ਇਹ ਵਿਚਾਰਾਂ ਕਰਦਿਆਂ ਭੁੱਲਾਂ ਹੋ ਜਾਂਦੀਆਂ ਜੀ। ਭੁੱਲ ਚੁੱਕ ਦੀ ਖਿਮਾ ਕਾ ਬਖਸ਼ਣੀ, ਸੀਸਾਂ ਬਖਸ਼ਣੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।